ਸਰਬ ਸੁੱਖਾਂ ਦੇ ਦਾਤੇ ਸਤਿਗੁਰੂ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਜਹਰਾ ਜਹੂਰ ਅਤੇ ਹਾਜ਼ਰਾ ਹਜੂਰ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਚਰਨ ਸਰਨ ਵਿੱਚ ਸੁਭਾਈਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ ਜੋ ਗੁਰੂ ਕੀ ਪਾਵਨ ਹਜ਼ੂਰੀ ਵਿੱਚ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰਬਾਣੀ ਦਾ ਮਨੋਹਰ ਕੀਰਤਨ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਸਰਵਣ ਕਰ ਰਹੇ ਸੀ। ਗੁਰੂ ਕੇ ਮਹਾਨ ਕੀਰਤਨੀਏ ਭਾਈ ਸੱਤਾ ਜੀ ਤੇ ਬਲਵੰਡ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਬਚਨ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਆਪ ਜੀ ਨੇ ਕੀਰਤਨ ਰੂਪ ਵਿੱਚ ਸਰਵਣ ਕੀਤੇ ਨੇ। ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਜਿਨ੍ਹਾਂ ਦਾ ਮਹਾਨ ਪਰਉਪਕਾਰੀ ਮਹਾਨ ਉੱਤਮ ਜੋ ਜੀਵਨ ਹੈ, ਸਮੁੰਦਰ ਦੀ ਨਿਆਈ ਹੈ। ਜਿਵੇਂ ਸਮੁੰਦਰ ਦੇ ਵਿੱਚ ਬੇਅੰਤ ਹੀਰੇ ਰਤਨ ਮੋਤੀ ਭਰੇ ਹੁੰਦੇ ਨੇ, ਸਤਿਗੁਰੂ ਜੀ ਵੀ ਆਤਮਿਕ ਗੁਣਾਂ ਦੇ ਨਾਲ ਭਰਪੂਰ ਮਨੁੱਖਤਾ ਦੇ ਉੱਪਰ ਬੜੇ ਪਰਉਪਕਾਰ ਕੀਤੇ ਨੇ। ਗੁਰੂ ਨਾਨਕ ਸਾਹਿਬ ਜੀ ਦਾ ਮੁੱਖ ਮਕਸਦ ਹੀ ਇਸ ਜਗਤ ਵਿੱਚ ਆਉਣ ਦਾ, ਇਸ ਮਨੁੱਖੀ ਸਮਾਜ ਨੂੰ ਸਵਾਰਨ ਤੋਂ ਸੀ, ਉੱਚੇ ਕਰਨ ਤੋਂ ਸੀ। ਗੁਰੂ ਸਾਹਿਬਾਨ ਨੇ ਇਸ ਧਰਤੀ ਤੇ ਬਹੁਤ ਪਰਉਪਕਾਰ ਕੀਤੇ ਨੇ, ਖਾਸ ਕਰਕੇ ਪੰਜਾਬ ਦੀ ਧਰਤੀ ਤੇ। ਪੰਜਾਬ ਨੂੰ ਸਵਾਰੇ ਹੈ ਸਤਿਗੁਰੂ ਜੀ ਨੇ। ਪ੍ਰੋਫੈਸਰ ਪੂਰਨ ਸਿੰਘ ਜੀ ਨੇ ਜੀ ਗੱਲ ਕਹੀ ਹੈ ਨਾ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਜੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10 ਸਤਿਗੁਰੂ ਸਾਹਿਬ ਜੀ ਦਾ ਇਤਿਹਾਸ ਅਸੀਂ ਪੰਜਾਬ ਦੇ ਇਤਿਹਾਸ ਤੋਂ ਜਾਂ ਲੋਕਾਂ ਦੇ ਦਿਮਾਗ 'ਚੋਂ ਲਾਂਭੇ ਕਰ ਦਈਏ, ਬਾਕੀ ਕੀ ਬਚੇਗਾ? ਇਸ ਪੰਜਾਬ ਨੂੰ ਸਵਾਰਨ ਲਈ ਜਾਂ ਇਸ ਧਰਤੀ ਨੂੰ ਨਵੇਂ ਸਿਰਿਓਂ ਉੱਚੀ ਸੋਚ ਦੇਣ ਦੇ ਲਈ ਜੋ ਘਾਲਣਾ ਗੁਰੂ ਸਾਹਿਬਾਂ ਨੇ ਘਾਲੀ ਹੈ ਉਹ ਅਕਥ ਹੈ। ਇਹ ਗੱਲ ਵੱਖਰੀ ਹੈ ਕਿ ਇਸ ਮੁਲਕ ਦੇ ਲੋਕ ਜਾਂ ਅਸੀਂ ਗੁਰੂ ਸਾਹਿਬਾਂ ਦੇ ਉਹਨਾਂ ਪਰਉਪਕਾਰਾਂ ਨੂੰ ਜਾਣਦੇ ਨਹੀਂ ਹਾਂ। ਗੁਰੂ ਨਾਨਕ ਸਾਹਿਬ ਜੀ ਨੇ ਇਸ ਸਮਾਜ ਵਿੱਚ ਉੱਚੀਆਂ ਕਦਰਾਂ ਕੀਮਤਾਂ ਨੂੰ ਪੈਦਾ ਕਰਨ ਦੇ ਲਈ ਇਸ ਭੁੱਲੀ ਭਟਕੀ ਲੁਕਾਈ ਨੂੰ ਰਸਤਾ ਦਰਸਾਉਣ ਦੇ ਲਈ ਬਹੁਤ ਭਾਰੀ ਘਾਲਣਾ ਘਾਲੀ, ਇੱਕ ਨਿਰਮਲ ਪੰਥ ਦੀ ਆਰੰਭਤਾ ਕੀਤੀ। ਗੁਰਮਤਿ ਦਾ ਮਾਰਗ ਇਕੱਲਾ ਕੋਈ ਅਧਿਆਤਮਿਕ ਮਾਰਗ ਹੀ ਨਹੀਂ ਹੈ ਕਿ ਧਰਮ ਦੇ ਨਾਂ 'ਤੇ ਮਾਲਾ ਫੇਰਨੀ ਹੈ ਜਾਂ ਧਰਮ ਦੇ ਨਾਂ 'ਤੇ ਪਾਠ ਪੂਜਾ ਕਰਨੀ ਹੈ। ਗੁਰਮਤਿ ਦਾ ਮਾਰਗ ਇਸ ਮਨੁੱਖ ਦੀ ਜਾਂ ਮਨੁੱਖੀ ਸਮਾਜ ਦੀ ਸਰਬਪੱਖੀ ਸਿਰਜਣਾ ਕਰਦਾ ਹੈ, ਉਸਾਰੀ ਕਰਦਾ ਹੈ। ਬਹੁਤ ਧਰਮ ਨੇ ਆਪਣੇ ਮੁਲਕ ਦੇ ਅੰਦਰ, ਹੋਰ ਵੀ ਬਹੁਤ ਸਾਰੇ ਧਰਮ ਅਸਥਾਨ ਵੀ ਨੇ, ਲੇਕਿਨ ਧਰਮਾਂ ਦੇ ਨਾਂ 'ਤੇ ਤੇ ਧਰਮ ਸਥਾਨਾਂ ਤੋਂ ਮੰਗਤੇ ਤਾਂ ਪੈਦਾ ਕੀਤੇ ਗਏ। ਧਰਮ ਦੇ ਨਾਂ 'ਤੇ ਮੰਗਣਾ ਤੁਸੀਂ ਦੇਖਦੇ ਆਲੇ ਦੁਆਲੇ ਸੜਕਾਂ ਦੇ ਉੱਪਰ ਤੁਰੇ ਫਿਰਦੇ ਨੇ ਬਹੁਤ ਲੋਕ। ਲੇਕਿਨ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਸਾਨੂੰ ਸੋਚ ਦਿੱਤੀ, ਮਨੁੱਖ ਕਿਰਤੀ ਹੋਣਾ ਚਾਹੀਦਾ ਹੈ। ਕਿਰਤ ਹੋਣ ਦੇ ਨਾਲ ਮਨੁੱਖ ਦੇ ਅੰਦਰ ਸਵੈਮਾਨ ਪੈਦਾ ਹੁੰਦਾ ਹੈ। ਜਿਸ ਮਨੁੱਖ ਦੇ ਅੰਦਰ ਸਵੈਮਾਨ ਹੋਏਗਾ ਉਹਦੇ ਅੰਦਰ ਵਿਸ਼ਵਾਸ ਪੈਦਾ ਹੋਏਗਾ। ਜਿਹਦੇ ਅੰਦਰ ਸਵੈਮਾਨ ਹੋਏਗਾ ਉਹਦੇ ਅੰਦਰ ਅਣਖ ਹੋਏਗੀ। ਅਣਖੀ ਬੰਦਾ ਕੁਰਬਾਨੀ ਕਰ ਸਕਦਾ ਹੈ। ਸੁਤੰਤਰਤਾ ਦੀ ਗੱਲ, ਆਜ਼ਾਦੀ ਦੀ ਗੱਲ ਅਣਖੀ ਬੰਦਾ ਕਰ ਸਕਦਾ ਹੈ। ਇਸ ਮੁਲਕ ਦਾ ਇਤਿਹਾਸ ਪੜ੍ਹੋ, ਅੱਜ ਬਹੁਤ ਨੇ ਆਪਣੇ ਆਪ ਨੂੰ ਇਸ ਮੁਲਕ ਦੇ ਵਾਰਸ ਕਹਿਣ ਵਾਲੇ, ਪਰ ਇਸ ਮੁਲਕ ਦੀ ਖੁਸ਼ਹਾਲੀ ਦੇ ਲਈ, ਇਸ ਮੁਲਕ ਦੀ ਆਜ਼ਾਦੀ ਦੇ ਲਈ ਜੋ ਕੁਰਬਾਨੀਆਂ ਗੁਰੂ ਨਾਨਕ ਨਾਮ ਲੇਵਾ ਨੇ ਕੀਤੀਆਂ ਨੇ ਉਹ ਬਹੁਤ ਵੱਡੀ ਮਾਤਰਾ 'ਚ ਨੇ। ਜੇ ਟੈਕਸ ਵੀ ਭਰਦੇ ਨੇ ਤੇ ਹੈਰਾਨ ਹੋ ਗਏ ਉਹ ਪੰਜਾਬੀ ਲੋਕ ਵੱਡੀ ਮਾਤਰਾ 'ਚ ਅੱਗੇ ਆਉਣਗੇ। ਸਿੱਖਾਂ ਦੀ ਖਾਸ ਕਰਕੇ ਗਿਣਤੀ ਲੋਕ ਜਦੋਂ ਚਰਚਾ ਕਰਦੇ ਨੇ, ਇਕੱਲੀ ਇੱਥੇ ਹੀ ਗੱਲ ਨਹੀਂ ਹੈ, ਦੇਸਾਂ ਪ੍ਰਦੇਸਾਂ ਚਲੇ ਜਾਈਏ, ਗੁਰੂ ਕੇ ਸਿੱਖਾਂ ਨੇ ਬੜੀਆਂ ਵੱਡੀਆਂ ਮੱਲਾਂ ਮਾਰੀਆਂ ਨੇ, ਰਾਜੇ ਬਣ ਕੇ ਬੈਠੇ ਨੇ। ਉਹ ਕਿਸ ਕਰਕੇ? ਇੱਕ ਸੋਚ ਦਿੱਤੀ ਸਾਡੇ ਗੁਰੂ ਸਾਹਿਬ ਜੀ ਨੇ ਕਿ ਕਿਰਤ ਕਰਨੀ, ਸਵੈਮਾਨ ਦੇ ਨਾਲ ਰਹਿਣਾ, ਕਿਸੇ ਦੇ ਮੁਤਾਜ ਨਹੀਂ ਬਣਨਾ, ਮੰਗਣਾ ਨਹੀਂ ਧਰਮ ਦੇ ਨਾਂ 'ਤੇ।
ਗੁਰੂ ਨਾਨਕ ਸਾਹਿਬ ਜੀ ਨੇ ਇਸ ਸਮਾਜ ਨੂੰ ਸਵਾਰਨ ਦੇ ਲਈ ਜਿੱਥੇ ਬੜਾ ਸੰਘਰਸ਼ ਕੀਤਾ, ਸਤਿਗੁਰੂ ਜੀ ਨੇ ਇੱਕ ਨਗਰ ਵਸਾਇਆ ਕਰਤਾਰਪੁਰ। ਕਰਤਾਰਪੁਰ ਵਸਾਉਣ ਦਾ ਦੇਖੋ, ਹੋਰ ਤੁਸੀਂ ਇਤਿਹਾਸ ਪੜ੍ਹੋਗੇ ਨਾ ਧਰਮਾਂ ਦੇ, ਕਿ ਧਾਰਮਿਕ ਲੋਕਾਂ ਨੇ ਕਿ ਘਰ ਛੱਡ ਕੇ ਜੰਗਲਾਂ ਨੂੰ ਚਲੇ ਜਾਓ, ਕੰਮਕਾਰ ਛੱਡ ਦਿਓ, ਜੰਗਲਾਂ ਨੂੰ ਚਲੇ ਜਾਓ। ਮੁਲਕ ਨੂੰ ਬਰਬਾਦ ਕਰਨ ਵਾਲੀ ਇਹ ਸੋਚ ਹੈ ਕਿ ਕੰਮਕਾਰ ਹੀ ਛੱਡ ਦਿਓ, ਘਰ ਬਾਹਰ ਹੀ ਛੱਡ ਦਿਓ। ਸਤਿਗੁਰੂ ਜੀ ਨੇ ਘਰਾਂ ਤੋਂ ਬਾਹਰ ਨਿਕਲੇ ਲੋਕਾਂ ਨੂੰ ਅਤੇ ਲੋਕਾਂ ਨੂੰ ਘਰ ਸਗੋਂ ਬਣਾ ਕੇ ਦਿੱਤੇ, ਨਗਰ ਵਸਾਏ। ਸਤਿਗੁਰੂ ਜੀ ਨੇ ਕਰਤਾਰਪੁਰ ਨਗਰ ਵਸਾਇਆ। ਗੁਰੂ ਨਾਨਕ ਸਾਹਿਬ ਜੀ ਨੇ ਜੋਤੀ ਜੋ ਸਮਾਉਣ ਤੋਂ ਪਹਿਲਾਂ ਹੀ ਭਾਈ ਲਹਿਣਾ ਜੀ ਨੂੰ ਗੁਰਗੱਦੀ ਦਿੱਤੀ, ਖੰਡੂਰ ਸਾਹਿਬ ਜੀ ਵਿੱਚ ਭੇਜ ਦਿੱਤਾ। ਫੇਰ ਵਸਾਇਆ, ਫੇਰ ਉਹ ਆਣ ਸਤਿਗੁਰ ਖੰਡੂਰ। ਗੁਰੂ ਅੰਗਦ ਦੇਵ ਜੀ ਨੇ ਪਹਿਲਾਂ ਹੀ ਗੁਰੂ ਅਮਰਦਾਸ ਜੀ ਨੂੰ ਹੁਕਮ ਕਰਤਾ ਕਿ ਜਾਓ ਨਗਰ ਵਸਾਓ। ਗੋਇੰਦਵਾਲ ਨਗਰ ਵਸਾ ਦਿੱਤਾ। ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਦੀ ਪਾਸ ਬਣਾਇਓ। ਇਹ ਬੜੀਆਂ ਅਪੁੱਲ ਯਾਦਗਾਰਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ। ਅਸੀਂ ਗੁਰੂ ਰਾਮਦਾਸ ਜੀ ਮਹਾਰਾਜ ਦੇ ਪਿਆਰ ਵਿੱਚ ਜੁੜੇ ਹਾਂ, ਜਿਨ੍ਹਾਂ ਦਾ ਪਾਵਨ ਪ੍ਰਕਾਸ਼ ਦਿਹਾੜਾ ਸਮੂਹ ਗੁਰੂ ਕੀਆਂ ਸੰਗਤਾਂ ਵੱਲੋਂ ਦੇਸ਼ਾਂ ਪ੍ਰਦੇਸ਼ਾਂ 'ਚ ਬੜੀਆਂ ਸ਼ਰਧਾ, ਬੜੇ ਚਾਅ, ਬੜੇ ਪਿਆਰ ਦੇ ਨਾਲ ਮਨਾਇਆ ਜਾ ਰਿਹਾ ਹੈ। ਉਹ ਸਤਿਗੁਰੂ ਜੀ ਦੀ ਇੱਕ ਅਮਰ ਯਾਦਗਾਰ ਹੈ, ਸ੍ਰੀ ਅੰਮ੍ਰਿਤਸਰ ਸਾਹਿਬ। ਸ੍ਰੀ ਅੰਮ੍ਰਿਤਸਰ ਸਾਹਿਬ ਸਿੱਖੀ ਦਾ ਦਿਲ ਹੈ, ਸਿੱਖੀ ਦਾ ਕੇਂਦਰ ਹੈ, ਸਿੱਖੀ ਦਾ ਧੁਰ ਹੈ। ਵਿਦਵਾਨ ਕਹਿੰਦੇ ਨੇ ਕਿਸੇ ਕੌਮ ਦੀ ਸੰਪੂਰਨਤਾ ਦੇ ਲਈ ਜਾਂ ਕੌਮ ਦੀ ਹੋਂਦ ਦੇ ਲਈ ਦੋ ਗੱਲਾਂ ਬੜੀਆਂ ਜ਼ਰੂਰੀ ਨੇ। ਇੱਕ ਸਾਂਝਾ ਵਿਰਸਾ ਹੋਣਾ ਜ਼ਰੂਰੀ ਹੈ, ਇੱਕ ਸਾਂਝੀ ਮਿਲ ਬੈਠਣ ਵਾਲੀ ਇੱਕ ਥਾਂ ਹੋਣੀ ਜ਼ਰੂਰੀ ਹੈ। ਇਹ ਗੱਲਾਂ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀਆਂ। ਜੇ ਕਹਿ ਦਈਏ ਸਿੱਖੀ ਦਾ ਜੋ ਕੇਂਦਰ ਹੈ, ਸਿੱਖੀ ਦਾ ਜੋ ਧੁਰ ਹੈ, ਜਿੱਥੋਂ ਸਿੱਖ ਨੂੰ ਇੱਕ ਨਵੀਂ ਜੋਤ ਮਿਲਦੀ ਹੈ, ਨਵਾਂ ਚਾਨਣ ਮਿਲਦਾ ਹੈ, ਸ੍ਰੀ ਅੰਮ੍ਰਿਤਸਰ ਸਾਹਿਬ, ਉਹ ਗੁਰੂ ਰਾਮਦਾਸ ਜੀ ਮਹਾਰਾਜ ਦਾ ਵਸਾਇਆ ਹੋਇਆ ਨਗਰ ਹੈ। ਗੁਰੂ ਰਾਮਦਾਸ ਜੀ ਮਹਾਰਾਜ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੀ ਹਜ਼ੂਰੀ ਸੇਵਾ ਕੀਤੀ। ਉਹਨਾਂ ਨੇ ਬੜੀ ਲੰਮੀ ਖਾਲਣਾ ਘਾਲੀ। 1573 ਈਸਵੀ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪ ਜੀ ਨੂੰ ਹੁਕਮ ਕਰ ਦਿੱਤਾ ਕਿ ਜਾਓ ਇੱਕ ਨਗਰ ਵਸਾਓ। ਗੁਰਤਾ ਗੱਦੀ ਆਪ ਜੀ ਨੂੰ 74 ਚ ਮਿਲੀ ਹੈ, 73 ਚ ਇਹ ਸਤਿਗੁਰੂ ਜੀ ਨੇ ਹੁਕਮ ਕਰ ਦਿੱਤਾ। ਗੁਰੂ ਰਾਮਦਾਸ ਜੀ ਮਹਾਰਾਜ ਸੇਵਕ ਰੂਪ ਸਨ। ਭਾਈ ਜੇਠਾ ਜੀ ਉਹਨਾਂ ਨੂੰ ਕਹਿੰਦੇ ਸਨ, ਜਾਂ ਰਾਮਦਾਸ ਜੀ ਕਹਿੰਦੇ ਸਨ। ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਨਾਲ ਲਿਆ ਹੈ, ਭਾਈ ਗੁਰੀਆ ਜੀ, ਹੋਰ ਜਿਹੜੇ ਗੁਰਸਿੱਖ ਸਨ। ਜਿੱਥੇ ਅੱਜ ਕੱਲ੍ਹ ਸ੍ਰੀ ਅੰਮ੍ਰਿਤਸਰ ਸਾਹਿਬ ਹੈ, ਗਿੱਲਵਾਲੀ, ਤੁੰਗ, ਸੁਲਤਾਨਵਿੰਡ, ਗੁਮਟਾਲਾ, ਇਹਨਾਂ ਪਿੰਡਾਂ 'ਚ ਸਤਿਗੁਰੂ ਜੀ ਨੇ ਜਗ੍ਹਾ ਲੈ ਕੇ, ਇਹ ਗੱਲ ਚੇਤੇ ਰੱਖਣਾ, ਗੁਰੂ ਸਾਹਿਬ ਜੀ ਨੇ ਜਿੰਨੇ ਨਗਰ ਵਸਾਏ ਨੇ ਉਹ ਜਗ੍ਹਾ ਮੁੱਲ ਖਰੀਦੀ ਹੈ। ਸਤਿਗੁਰੂ ਜੀ ਨੇ ਕਿਤੇ ਕਬਜ਼ੇ ਨਹੀਂ ਕੀਤੇ। ਸਤਿਗੁਰੂ ਜੀ ਨੇ ਇੱਥੇ ਨਗਰ ਦੀ ਆਰੰਭਤਾ ਕੀਤੀ। ਸਭ ਤੋਂ ਪਹਿਲਾਂ ਇੱਕ ਸਰੋਵਰ ਦੀ ਸ਼ੁਰੂਆਤ ਕੀਤੀ, ਜਿਹਨੂੰ ਅਸੀਂ ਸੰਤੋਖ ਸਰ ਸਾਹਿਬ ਦੇ ਨਾਮ ਨਾਲ ਚੇਤੇ ਕਰਦੇ ਹਾਂ। ਇੱਥੇ ਇੱਕ ਟਾਹਲੀ ਹੇਠ ਸਤਿਗੁਰੂ ਜੀ ਬੈਠ ਕੇ ਸੇਵਾ ਕਰਾਉਂਦੇ ਸਨ। ਗੁਰਦੁਆਰਾ ਟਾਹਲੀ ਸਾਹਿਬ ਹੈ। ਸਤਿਗੁਰੂ ਜੀ ਨੇ ਨਗਰ ਦੀ ਮੋਹੜੀ ਗੜ ਦਿੱਤੀ। ਇੱਥੇ ਗੁਰੂ ਸਾਹਿਬ ਜੀ ਮਹਾਰਾਜ ਨੇ ਸ਼ੁਰੂਆਤ ਕੀਤੀ ਸਤਿਗੁਰੂ ਜੀ ਦੇ ਹੁਕਮ ਵਿੱਚ। 1574 ਵਿੱਚ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਗੁਰਤਾ ਗੱਦੀ ਦੀ ਵਡਿਆਈ ਬਖਸ਼ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਗੁਰੂ ਕੇ ਹੁਕਮ ਨੂੰ ਮੰਨ ਕੇ ਇਸ ਨਗਰ 'ਚ ਆ ਗਏ। 1577 ਈਸਵੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਅੰਮ੍ਰਿਤ ਸਰੋਵਰ ਦੀ ਆਰੰਭਤਾ ਕੀਤੀ। 13 ਜੂਨ 1577 ਈਸਵੀ ਨੂੰ ਸ੍ਰੀ ਅੰਮ੍ਰਿਤਸਰ ਸਰੋਵਰ ਦਾ ਟੱਕ ਲਗਾਇਆ ਗਿਆ। ਜੋ ਨਗਰ ਵਸਾਉਣ ਦੀ ਸ਼ੁਰੂਆਤ ਕੀਤੀ ਸੀ, ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਜਿਹੜਾ ਗੁਰੂ ਕੇ ਮਹਿਲ ਅਸਥਾਨ ਹੈ ਨਾ, ਰਹਿਣ ਲਈ ਘਰ ਬਣਾਏ ਸਤਿਗੁਰੂ ਜੀ ਨੇ। ਗੁਰੂ ਕੇ ਮਹਿਲ ਦੱਸ ਕੇ ਸਤਿਗੁਰੂ ਜੀ ਦੇ ਰਹਿਣ ਦਾ ਘਰ ਸਤਿਗੁਰੂ ਜੀ ਨੇ ਉਹ ਸਥਾਨ ਬਣਾਇਆ। ਸਤਿਗੁਰੂ ਜੀ ਨੇ ਗੁਰੂ ਬਾਜ਼ਾਰ ਬਣਾਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਸਾਲੋ ਜੀ, ਭਾਈ ਗੁਰੀਆ ਜੀ, ਹੋਰ ਜਿਹੜੇ ਮੁਖੀ ਸਿੱਖ ਸਨ, ਉਹਨਾਂ ਨੂੰ ਨੇੜੇ ਜਿਹੜੇ ਵੱਡੇ ਨਗਰ ਕਸੂਰ ਸੀ, ਪੱਟੀ ਸੀ, ਲਾਹੌਰ ਸੀ, ਇਹਨਾਂ ਥਾਵਾਂ ਤੇ ਭੇਜਿਆ। ਔਰ ਇਹਨਾਂ ਥਾਵਾਂ ਤੋਂ ਜਿਹੜੇ ਦਸਤਕਾਰੀ ਨਾਲ ਸੰਬੰਧਿਤ ਲੋਕ ਸਨ, ਕਿਉਂਕਿ ਅਸੀਂ ਦੇਖਦੇ ਹਾਂ, ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਧਰਮ ਦੀ ਦੁਨੀਆ 'ਚ ਸਿਰਫ ਤਾਂ ਸਿਰਫ ਅਧਿਆਤਮਿਕ ਗੱਲ ਤਾਂ ਕੀਤੀ ਜਾਂਦੀ ਹੈ, ਲੇਕਿਨ ਇਹ ਸਮਾਜ ਸਾਡਾ ਉੱਚਾ ਉੱਠੇ, ਆਰਥਿਕ ਤੌਰ ਤੋਂ ਅਮੀਰ ਹੋਏ, ਇਹ ਗੱਲ ਗੁਰਮਤਿ ਨੇ ਦਿੱਤੀ ਹੈ। ਔਰ ਸਤਿਗੁਰੂ ਜੀ ਨੇ ਉਹ ਦਸਤਕਾਰੀ ਨਾਲ ਸੰਬੰਧਿਤ
ਹੁਨਰਮੰਦ ਜਿਹੜੇ ਲੋਕ ਸਨ 52 ਕਿੱਤਿਆਂ ਦੇ ਨਾਲ ਸੰਬੰਧਿਤ, ਕੋਈ ਲੁਹਾਰ ਹੈ, ਕੋਈ ਸੁਨਿਆਰ ਹੈ, ਕੋਈ ਤਰਖਾਣ ਹੈ, ਇਵੇਂ ਵੱਖ-ਵੱਖ ਕਿੱਤਿਆਂ ਦੇ ਨਾਲ ਸੰਬੰਧਿਤ ਵੱਖ-ਵੱਖ ਜਾਤਾਂ ਬਰਾਦਰੀਆਂ ਦੇ ਲੋਕਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿੱਚ ਵਸਣ ਦੇ ਲਈ ਥਾਂ ਦਿੱਤੀ, ਦੁਕਾਨਾਂ ਬਣਾ ਕੇ ਦਿੱਤੀਆਂ, ਘਰ ਬਣਾ ਕੇ ਦਿੱਤੇ। ਔਰ ਗੁਰੂ ਸਾਹਿਬ ਜੀ ਦਾ ਮਕਸਦ ਇਹ ਸੀ ਕਿ ਇਹ ਨਗਰ ਜਿਹੜਾ ਹੈ ਨਾ, ਇਹ ਲੋਕਾਂ ਦੀ ਕਿਰਤ ਦਾ, ਰੁਜ਼ਗਾਰ ਦਾ ਇੱਕ ਕੇਂਦਰ ਬਣ ਜਾਏ। ਔਰ ਗੁਰੂ ਸਾਹਿਬ ਜੀ ਨੇ ਇਸ ਨਗਰ ਵਿੱਚ ਲਿਆ ਕੇ ਉਹਨਾਂ ਨੂੰ ਜਿੱਥੇ ਵਸਾਇਆ। ਅਸੀਂ ਕਈ ਵਾਰਾਂ, ਕਿਉਂਕਿ ਸਾਡਾ ਇੱਕ ਸੁਭਾਅ ਹੈ, ਅਸੀਂ ਬੀਤ ਚੁੱਕੇ ਸਮੇਂ ਦੀਆਂ ਉਦਾਹਰਨਾਂ ਦੇਣ 'ਚ ਬੜੀ ਕਈ ਵਾਰੀ ਨਾ ਮਹਾਨਤਾ ਗਿਣਦੇ ਆ। ਜਿਹੜੇ ਲੋਕ ਕਈ ਵਾਰੀ ਕਹਿੰਦੇ ਨਾ ਕਿ ਅੰਮ੍ਰਿਤਸਰ ਸਾਹਿਬ ਦੀ ਮਹਾਨਤਾ ਹੈ ਜੀ, ਇੱਥੇ ਫਲਾਣੇ ਯੁੱਗ 'ਚ ਇੱਥੇ ਇਹ ਹੋਇਆ ਸੀ, ਫਲਾਣੇ ਯੁੱਗ 'ਚ ਇਹ ਹੋਇਆ ਸੀ। ਯੁੱਗਾਂ 'ਚ ਕੀ ਹੋਇਆ ਇਹਦੀ ਅਸੀਂ ਚਰਚਾ ਨਹੀਂ ਕਰਨੀ, ਪਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਇਹ ਮਹਾਨਤਾ ਹੈ। ਇੱਥੇ ਕਦੀ ਗੁਰੂ ਨਾਨਕ ਸਾਹਿਬ ਜੀ ਵੀ ਆ ਕੇ ਬਿਰਾਜਦੇ ਸਨ। ਜਦੋਂ ਸਤਿਗੁਰੂ ਜੀ ਸੁਲਤਾਨਪੁਰ ਤੋਂ ਤਲਵੰਡੀ ਨੂੰ ਜਾਂਦੇ ਸਨ, ਇਸ ਸਥਾਨ ਤੇ ਆਉਂਦੇ ਸਨ, ਭਾਈ ਲਹਿਣਾ ਜੀ ਆਉਂਦੇ ਸਨ। ਸਤਿਗੁਰੂ ਗੁਰੂ ਅਮਰਦਾਸ ਜੀ ਨੇ ਆਪ ਆ ਕੇ ਇਹ ਸਾਰੀ ਇੱਥੇ ਉਸਾਰੀ ਦੀ ਪ੍ਰੇਰਣਾ ਕੀਤੀ, ਸ਼ੁਰੂਆਤ ਕੀਤੀ। ਗੁਰੂ ਰਾਮਦਾਸ ਜੀ ਮਹਾਰਾਜ ਦੇ ਇੱਥੇ ਚਰਨ ਪਏ। ਇਸ ਅਸਥਾਨ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਆਏ। ਇਹ ਉਹ ਪਵਿੱਤਰ ਧਰਤੀ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਗਾਸ ਹੋਇਆ। ਇਸ ਸਮੁੱਚੇ ਬ੍ਰਹਿਮੰਡ ਦੇ ਅੰਦਰ, ਇਸ ਪਲੈਨਟ ਦੇ ਉੱਪਰ ਇੱਕ ਬੜੀ ਕ੍ਰਾਂਤੀਕਾਰੀ ਜਿਹੜੀ ਗੱਲ ਹੋਈ, ਉਹ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ। ਅਕਸਰ ਮੈਂ ਇਹ ਗੱਲ ਕਹਿੰਦਾ ਹੁੰਦਾ ਕਿ ਅਸੀਂ ਕਿਉਂਕਿ ਸਿੱਖ ਘਰਾਣਿਆਂ 'ਚ ਪੈਦਾ ਹੋਏ ਆ, ਜਿੱਥੇ ਜਿੱਥੇ ਵੀ ਅਸੀਂ ਪੈਦਾ ਹੋਏ ਨੇੜੇ ਗੁਰਦੁਆਰੇ ਹੁੰਦੇ ਸਨ, ਬਚਪਨ ਤੋਂ ਜਾਂਦੇ ਆ, ਇੱਕ ਦੇਖਾ ਦੇਖੀ ਕਹਿ ਲਓ ਜਾਂ ਸੁਭਾਅ ਹੈ। ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਕੀ ਹੈ, ਮਨੁੱਖਤਾ ਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਕੀ ਦੇਣ ਹੈ, ਉਸ ਵੱਡੇ ਪੱਧਰ ਤੇ ਅਜੇ ਉਸ ਅਹਿਮੀਅਤ ਨੂੰ ਅਸੀਂ ਜਾਣ ਜਾਂ ਲੋਕਾਂ ਨੂੰ ਜਣਾ ਨਹੀਂ ਸਕੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਇੱਥੇ ਸੰਪਾਦਨਾ ਹੋਈ। ਇਸ ਧਰਤੀ ਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਿਰਜਣਾ ਹੋਈ। ਇਸ ਧਰਤੀ ਤੇ ਸਿੱਖੀ ਦਾ ਜੋ ਪਹਿਲਾ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਈ। ਇਸ ਧਰਤੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪਣੇ ਚੋਜ ਕੀਤੇ। ਇਸ ਧਰਤੀ ਤੋਂ ਸਭ ਤੋਂ ਪਹਿਲਾਂ ਆਜ਼ਾਦੀ ਦੇ ਲਈ, ਮਨੁੱਖੀ ਆਜ਼ਾਦੀ ਦੇ ਲਈ ਸ਼ਸਤਰਧਾਰੀ ਸੰਗਰਾਮ ਜਿਹੜਾ ਇਸ ਧਰਤੀ ਤੋਂ ਸਭ ਤੋਂ ਪਹਿਲਾਂ ਸ਼ੁਰੂ ਹੁੰਦਾ ਹੈ, ਜਿਨੇ ਪੰਜਾਬ ਦਾ ਹੀ ਨਹੀਂ ਹਿੰਦੁਸਤਾਨ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ। ਇਹ ਉਹ ਧਰਤੀ ਹੈ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਪਏ। ਸਤਿਗੁਰੂ ਜੀ ਨਗਰ 'ਚ ਵਸਾਏ, ਦੂਰੋਂ ਦੂਰੋਂ ਲੋਕਾਂ ਨੂੰ ਲਿਆ ਕੇ ਵਸਾਇਆ। ਇੱਕ ਆਮ ਅਸੀਂ ਗੱਲ ਸੁਣਦੇ ਹਾਂ ਕਿ ਪਹਿਲੇ ਗੁਰੂ ਸਾਹਿਬਾਨ ਜੀ ਨੇ ਮਾਇਆ ਨੂੰ ਨੇੜੇ ਨਹੀਂ ਲੱਗਣ ਦਿੱਤਾ ਤੇ ਗੁਰੂ ਰਾਮਦਾਸ ਜੀ ਨੇ ਮਾਇਆ ਦੀ ਗੱਲ ਸ਼ੁਰੂ ਕੀਤੀ। ਇਹਦਾ ਇਹ ਅਰਥ ਨਹੀਂ ਹੈ ਕਿ ਪਹਿਲੇ ਸਤਿਗੁਰੂ ਜੀ ਤਿਆਗੀ ਸਨ ਜਾਂ ਮਾਇਆ ਨੂੰ ਹੱਥ ਨਹੀਂ ਸਨ ਲਾਉਂਦੇ, ਲੇਕਿਨ ਪਹਿਲੇ ਸਤਿਗੁਰੂ ਜੀ ਲੋੜ ਤੋਂ ਵੱਧ ਮਾਇਆ ਰੱਖਦੇ ਨਹੀਂ ਸਨ ਕੋਲ। ਗੁਰੂ ਅਮਰਦਾਸ ਜੀ ਦੇ ਇਤਿਹਾਸ ਪੜ੍ਹਦੇ ਹਾਂ, ਜੋ ਕੁਝ ਆਉਂਦਾ ਸਤਿਗੁਰੂ ਜੀ ਵੰਡ ਦਿੰਦੇ ਸਨ। ਲੰਗਰ ਵੀ ਇੱਥੋਂ ਤੱਕ ਕਿ ਰਾਤ ਨੂੰ ਬਰਤਨ ਖਾਲੀ ਕਰਕੇ ਸੌਣਾ, ਭਾਂਡੇ ਮੂਧੇ ਮਾਰ ਕੇ ਸਾਫ਼ ਕਰਕੇ ਸਵੇਰੇ ਹੋਰ ਆ ਜਾਏਗਾ। ਜੋ ਰਾਸ਼ਨ ਆਉਣਾ ਵੰਡ ਦੇਣਾ ਲੋਕਾਂ ਨੂੰ, ਜਿਹੜਾ ਵੱਧ ਜਾਣਾ ਉਹ ਪਸ਼ੂਆਂ ਪੰਛੀਆਂ ਨੂੰ ਪਾ ਦੇਣਾ, ਦਰਿਆ ਵਿੱਚ ਰੋੜ ਦੇਣਾ। ਵੀ ਕੁਝ ਵੀ ਰੱਖਣਾ ਨਹੀਂ ਹੈ, ਕੋਈ ਕੱਪੜਾ ਵੀ ਵਾਧੂ ਨਹੀਂ ਰੱਖਣਾ ਲੋੜ ਤੋਂ ਬਿਨਾਂ। ਲੇਕਿਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਕੌਮੀ ਉਸਾਰੀ ਦੇ ਲਈ, ਸਮਾਜਿਕ ਉਸਾਰੀ ਦੇ ਲਈ ਇੱਕ ਬੜਾ ਵੱਡਾ ਯੋਜਨਾਬੰਦ ਪ੍ਰੋਗਰਾਮ ਸ਼ੁਰੂ ਕੀਤਾ। ਜਿੱਥੇ ਅੰਮ੍ਰਿਤਸਰ 'ਚ ਬਾਜ਼ਾਰ ਬਣਾਏ, ਕਿੱਤੇਬੰਦ ਲੋਕਾਂ ਨੂੰ ਸਤਿਗੁਰੂ ਜੀ ਨੇ ਵਸਾਇਆ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਸਵੰਧ ਦੀ ਪ੍ਰਥਾ ਸ਼ੁਰੂ ਕੀਤੀ। ਅਸੀਂ ਗੱਲ ਕਰ ਰਹੇ ਹਾਂ ਕਿ ਗੁਰੂ ਰਾਮਦਾਸ ਜੀ ਮਹਾਰਾਜ ਦਾ ਸਮਾਜ ਉਸਾਰੀ 'ਚ ਕੀ ਯੋਗਦਾਨ ਹੈ। ਤੁਸੀਂ ਦੇਖੋਗੇ ਬੜੇ ਕ੍ਰਾਂਤੀਕਾਰੀ ਕਦਮ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਸ਼ੁਰੂ ਕੀਤੇ। ਸਤਿਗੁਰੂ ਜੀ ਨੇ ਗੁਰਸਿੱਖਾਂ ਨੂੰ ਕਿਹਾ ਕਿ ਆਪਣੀ ਦਸਾਂ ਨੌਵਾਂ ਦੀ ਕਿਰਤ ਜੋ ਹੈ ਉਹਦੇ 'ਚੋਂ ਗੁਰੂ ਅਰਥ 10ਵਾਂ ਹਿੱਸਾ ਕੱਢਿਆ ਕਰੋ, ਦਸਵੰਧ ਜਿਹਨੂੰ ਆਪਾਂ ਕਹਿੰਦੇ ਹਾਂ। ਤੇ ਉਸ ਦਸਵੰਧ ਦੀ ਮਾਇਆ ਠੀਕ ਤਰੀਕੇ ਨਾਲ ਗੁਰੂ ਘਰ 'ਚ ਆਏ, ਨਾਲ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰਨ ਦੇ ਲਈ, ਲੋਕਾਂ ਨੂੰ ਗੁਰੂ ਘਰ 'ਚ ਲਿਆਉਣ ਦੇ ਲਈ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਮਸੰਦ ਪ੍ਰਥਾ ਨਿਯਤ ਕੀਤੀ। ਮਸੰਦ ਦਾ ਅਰਥ ਹੁੰਦਾ ਹੈ ਮਸਨਦਾਰ, ਗੱਦੀ ਤੇ ਬੈਠਣ ਵਾਲੇ। ਜਿਹੜੇ ਪ੍ਰਚਾਰਕ ਨਿਯਤ ਕੀਤੇ ਸਨ ਕਿ ਥਾਂ ਥਾਂ ਤੇ ਤੁਸੀਂ ਜਾ ਕੇ ਲੋਕਾਂ 'ਚ ਬੈਠ ਕੇ, ਜਿਵੇਂ ਮੰਜੀਆਂ ਸਨ, ਮੰਜੀ ਤੇ ਬੈਠ ਕੇ ਉਪਦੇਸ਼ ਦੇਣਾ। ਮਸੰਦ ਦਾ ਅਰਥ ਹੈ ਕਿ ਗੱਦੀ ਤੇ ਬੈਠ ਕੇ ਲੋਕਾਂ ਨੂੰ
ਉਪਦੇਸ਼ ਦੇਣਾ। ਸਤਿਗੁਰੂ ਜੀ ਨੇ ਉਹ ਮਸੰਦ ਨੀਅਤ ਕੀਤੇ, ਜਿਹੜੇ ਦੂਰੋਂ ਦੂਰੋਂ ਗੁਰੂ ਕੀਆਂ ਸੰਗਤਾਂ ਦੀ ਜੋ ਦਸਾਂ ਨਾਵਾਂ ਦੀ ਕਿਰਤ ਦੀ ਮਾਇਆ ਸੀ, ਦਸਵੰਧ ਦੀ ਮਾਇਆ ਸੀ, ਕਾਰ ਭੇੜ ਸੀ, ਉਹ ਇਕੱਠੀ ਕਰਕੇ ਲਿਆਉਂਦੇ ਸਨ। ਸਤਿਗੁਰੂ ਜੀ ਨੇ ਉਸ ਮਾਇਆ ਦੇ ਨਾਲ ਨਗਰ ਵਸਾਉਣਾ ਸ਼ੁਰੂ ਕੀਤਾ। ਦੇਖੋ, ਅਸੀਂ ਇੱਕ ਘਰ ਬਣਾਉਣਾ ਹੋਏ ਕਿੰਨਾ ਅਸੀਂ ਸੋਚਦੇ ਹਾਂ, ਕਿੰਨਾ ਪ੍ਰਬੰਧ ਕਰਦੇ ਹਾਂ, ਕਿੰਨਾ ਟਾਈਮ ਲੱਗਦਾ ਹੈ, ਤੇ ਐਡਾ ਵੱਡਾ ਨਗਰ ਵਸਾਉਣਾ ਕੋਈ ਮਾਮੂਲੀ ਜੀ ਗੱਲ ਤੇ ਹੈ ਨਹੀਂ ਹੈ। ਨਗਰ ਅਕਸਰ ਗੌਰਮੈਂਟਾਂ ਵਸਾਉਂਦੀਆਂ ਨੇ, ਬਾਦਸ਼ਾਹ ਵਸਾਉਂਦੇ ਨੇ, ਲੇਕਿਨ ਇਹ ਗੱਲ ਚੇਤੇ ਰੱਖਣਾ, ਦੁਨੀਆ ਦੀਆਂ ਗੌਰਮੈਂਟਾਂ ਹੋਣਗੀਆਂ, ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਨਾਨਕ ਰਾਜ ਚਲਾਇਆ, ਸੱਚਕੋਟ ਸਤਾਣੀ ਨੀਮ ਦੇ। ਗੁਰੂ ਨਾਨਕ ਸਾਹਿਬ ਜੀ ਦਾ ਇਸ ਧਰਤੀ ਤੇ ਆਪਣਾ ਹੀ ਰਾਜ ਹੈ। ਇਹ ਗੱਲ ਵੱਖਰੀ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਉਸ ਇਲਾਹੀ ਰਾਜ ਦੀ ਗੱਲ ਜਿਹੜੀ ਹੈ ਉਹਨੂੰ ਅਜੇ ਪੂਰਨ ਤੌਰ ਤੇ ਸਮਝ ਨਹੀਂ ਸਕੇ। ਅਸੀਂ ਸੋਚਦੇ ਕਿ ਧਰਤੀ ਦੇ ਇੱਕ ਲਕੀਰ ਮਾਰ ਕੇ ਨਾ ਖਿੱਤੇ ਤੇ ਰਾਜ ਕਰਨ ਨੂੰ ਹੀ ਰਾਜ ਕਿਹਾ ਜਾਂਦਾ ਹੈ, ਤੇ ਉਹਦੇ ਲਈ ਅਸੀਂ ਜ਼ਿਆਦਾਤਰ ਲੜਦੇ ਭਿੜਦੇ ਫਿਰਦੇ ਹਾਂ, ਕਬਜ਼ਿਆਂ ਦੇ ਲਈ ਕਹਿ ਲਓ। ਗੁਰੂ ਨਾਨਕ ਸਾਹਿਬ ਜੀ ਇਸ ਧਰਤੀ ਦੇ ਰਾਜੇ ਨੇ, ਇਸ ਧਰਤੀ ਦੇ ਸੱਚੇ ਪਾਤਸ਼ਾਹ ਨੇ, ਔਰ ਗੁਰੂ ਨਾਨਕ ਸਾਹਿਬ ਜੀ ਨੇ ਜੋ ਵੀ ਗੱਲ ਕੀਤੀ ਹੈ ਨਾ, ਉਹ ਸਮੁੱਚੀ ਮਾਨਵਤਾ ਦੀ ਕੀਤੀ ਹੈ। ਇਸੇ ਤਰੀਕੇ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਨੂੰ ਅੱਗੇ ਤੋਰਦੇ ਹਾਂ। ਗੁਰੂ ਰਾਮਦਾਸ ਜੀ ਮਹਾਰਾਜ ਨੇ ਨਗਰ ਵਸਾਉਣ ਦੀ ਗੱਲ ਸ਼ੁਰੂ ਕੀਤੀ। ਨਗਰ ਵਿੱਚ ਬਾਜ਼ਾਰ ਬਣ ਗਏ, ਮਕਾਨ ਬਣ ਗਏ, ਦੁਨੀਆ ਆ ਕੇ ਵਸਣੀ ਸ਼ੁਰੂ ਹੋ ਗਈ। ਸਤਿਗੁਰੂ ਜੀ ਦੇ ਇਸ ਨਗਰ ਦੀ ਜਦੋਂ ਗੱਲ ਸ਼ੁਰੂ ਕਰਦੇ, 1577 ਈਸਵੀ ਵਿੱਚ 13 ਜੂਨ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਜੋ ਸਰੋਵਰ ਹੈ ਇਸ ਦਾ ਟੱਕ ਲਗਾਇਆ, ਕਿਉਂਕਿ ਨਗਰ ਦਾ ਪਹਿਲਾ ਨਾਂ ਸੀ ਗੁਰੂ ਕਾ ਚੱਕ ਜਾਂ ਚੱਕ ਗੁਰੂ ਕਾ। ਉਦੋਂ ਬਾਅਦ ਇਹਦਾ ਨਾਂ ਸਤਿਗੁਰੂ ਰਾਮਦਾਸ ਵੀ ਪੈ ਗਿਆ, ਰਾਮਦਾਸਪੁਰਾ ਵੀ ਪੈ ਗਿਆ। ਜਿਸ ਵੇਲੇ ਸ੍ਰੀ ਅੰਮ੍ਰਿਤਸਰ ਸਰੋਵਰ ਬਣ ਗਿਆ, ਇਹਦਾ ਨਾਮ ਸਤਿਗੁਰੂ ਜੀ ਨੇ ਅੰਮ੍ਰਿਤਸਰ ਜਿਹੜਾ ਸੀ ਇਹ ਪ੍ਰਚਲਿਤ ਕਰਤਾ, ਅੰਮ੍ਰਿਤਸਰ। ਔਰ ਇੱਕ ਆਮ ਅਸੀਂ ਜਦੋਂ ਦਰਬਾਰ ਸਾਹਿਬ ਜਾਂਦੇ ਹਾਂ ਦਰਸ਼ਨ ਦੀਦਾਰ ਕਰਨ ਦੇ ਲਈ, ਪ੍ਰਕਰਮਾਂ 'ਚ ਜਾਈਏ ਜਿੱਥੇ ਦੁੱਖ ਭੰਜਨੀ ਵੇਰੀ ਹੈ ਨਾ, ਇੱਥੇ ਇੱਕ ਘਟਨਾ ਲਿਖੀ ਹੋਈ ਹੈ ਕਿ ਇੱਥੇ ਇੱਕ ਬੀਬੀ ਰਜਨੀ ਆਪਣੇ ਪਿੰਗਲੇ ਪਤੀ ਨੂੰ ਲੈ ਕੇ ਆਈ। ਉਹਨੇ ਇੱਥੇ ਇਸ਼ਨਾਨ ਕੀਤਾ, ਉਹਦਾ ਕੋੜ ਦੂਰ ਹੋ ਗਿਆ, ਔਰ ਇਸ ਕਰਕੇ ਸ਼ਾਇਦ ਅਸੀਂ ਉਹਦੀ ਮਹਾਨਤਾ ਗਿਣਦੇ, ਪਰ ਉਹ ਇਸ ਕਰਕੇ ਮਹਾਨਤਾ ਨਹੀਂ ਹੈ। ਦੇਖੋ, ਉਹ ਬੀਬੀ ਬਹੁਤ ਸਤਵੰਤੀ ਸੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਸਿਦਕ ਵਾਲੀ ਸੀ, ਸੰਤੋਖ ਵਾਲੀ ਸੀ। ਉਹ ਬੀਬੀ ਜਿਹੜੀ ਸੀ ਰੱਬ ਤੇ ਭਰੋਸੇ ਵਾਲੀ ਸੀ। ਉਹ ਆਪਣੇ ਪਿੰਗਲੇ ਪਤੀ ਨੂੰ ਲੈ ਕੇ ਇੱਥੇ ਆਉਂਦੀ ਹੈ। ਗੁਰੂ ਰਾਮਦਾਸ ਜੀ ਮਹਾਰਾਜ ਦਾ ਦਰਬਾਰ ਇੱਥੇ ਲੱਗਣ ਲੱਗ ਪਿਆ, ਰੌਣਕ ਹੋਣ ਲੱਗ ਪਈ, ਨਗਰ ਵਸ ਗਿਆ। ਉਹ ਤੇ ਇਸ ਖਿਆਲ ਨਾਲ ਹੀ ਆਈ ਹੈ ਜਿਵੇਂ ਮੰਗਣ ਦੇ ਖਿਆਲ ਦੇ ਨਾਲ ਕੋਈ ਆਉਂਦਾ ਹੈ। ਹੁਣ ਉਹ ਬੀਬੀ ਇੰਨੇ ਰੱਬ ਦੇ ਭਰੋਸੇ ਵਾਲੀ ਹੈ, ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਸ਼ਨ ਕੀਤੇ ਨੇ, ਇਸ ਦੇ ਪਤੀ ਨੇ ਵੀ ਗੁਰੂ ਕੇ ਦਰਸ਼ਨ ਕੀਤੇ ਨੇ, ਗੁਰੂ ਕੀ ਬਾਣੀ ਸੁਣੀ ਹੈ। ਹੁਣ ਦੀ ਖੋਜ ਵੀ ਬਹੁਤ ਚਿਰ ਤੋਂ ਇੱਕ ਖੋਜ ਚੱਲ ਰਹੀ ਹੈ ਕਿ ਮਨੁੱਖ ਦਾ ਜੀਵਨ ਦਾ ਜਿਹੜਾ ਸਾਰਾ ਸਿਲਸਿਲਾ ਹੈ ਨਾ, ਉਹ ਮਨੁੱਖ ਦੇ ਮਨ ਦੇ ਨਾਲ ਸੰਬੰਧਿਤ ਹੈ। ਸਾਡੇ ਸਰੀਰ ਵਿੱਚ ਜਿਹੜੇ ਰੋਗ ਪੈਦਾ ਹੁੰਦੇ ਨੇ ਉਹ ਪਹਿਲਾਂ ਮਨ 'ਚ ਪੈਦਾ ਹੁੰਦੇ ਨੇ, ਔਰ ਜੇ ਤੰਦਰੁਸਤੀ ਵੀ ਪੈਦਾ ਹੋਣੀ ਹੈ ਉਹ ਮਨ ਤੋਂ ਸ਼ੁਰੂ ਹੋਣੀ ਹੈ। ਪਰ ਦੇਖਦੇ ਜ਼ਿਆਦਾਤਰ ਕਾਉਂਸਲਿੰਗ ਕਰਦੇ ਨੇ ਡਾਕਟਰ ਲੋਕ ਜਿਹੜੇ ਨੇ ਕਿ ਉਸ ਨੂੰ ਮਾਨਸਿਕ ਤੌਰ ਤੇ ਉਹਦੇ ਅੰਦਰ ਮਨੋਬਲ ਪੈਦਾ ਕੀਤਾ ਜਾਏ। ਜਿਵੇਂ ਧਰਤੀ 'ਚ ਅਸੀਂ ਕੋਈ ਬੀਜ ਬੀਜਦੇ ਹਾਂ ਨਾ, ਉਹ ਪਹਿਲਾਂ ਧਰਤੀ 'ਚ ਪੁੰਗਰਦਾ ਹੈ, ਧਰਤੀ ਤੋਂ ਬਾਹਰ ਬਾਅਦ ਵਿੱਚ ਨਿਕਲਦਾ ਹੈ, ਪਹਿਲਾਂ ਉਹ ਬੂਟਾ ਧਰਤੀ 'ਚ ਬਣਦਾ ਹੈ। ਇਸੇ ਤਰੀਕੇ ਨਾਲ ਕੋਈ ਵੀ ਰੋਗ ਜਿਹੜਾ ਹੈ ਉਹ ਪਹਿਲਾਂ ਮਨੁੱਖ ਦੇ ਮਨ 'ਚ ਪੈਦਾ ਹੁੰਦਾ ਹੈ। ਮਨ ਰੋਗੀ ਹੈ, ਤਨ ਯਕੀਨਨ ਰੋਗੀ ਹੋਵੇਗਾ, ਰੋਗਾਂ ਤੋਂ ਕੋਈ ਬਚਾ ਨਹੀਂ ਸਕੇਗਾ। ਕਿਸੇ ਵੀ ਰੋਗ ਨੂੰ ਇਹ ਦਵਾਈਆਂ ਜਿਹੜੀਆਂ ਨੇ ਸਾਨੂੰ ਸਰੀਰਕ ਤੌਰ ਤੇ ਰਾਹਤ ਦਿੰਦੀਆਂ ਨੇ, ਇਹ ਰੋਗਾਂ ਨੂੰ ਸਦਾ ਲਈ ਖਤਮ ਨਹੀਂ ਕਰਦੀਆਂ। ਰੋਗਾਂ ਤੋਂ ਸਦਾ ਲਈ ਮੁਕਤ ਹੋਣ ਦਾ ਤਰੀਕਾ ਹੈ ਕਿ ਸਾਡਾ ਮਨ ਜਿਹੜਾ ਨਾ ਉਹ ਤੰਦਰੁਸਤ ਹੋ ਜਾਏ, ਮਨ ਅਰੋਗ ਹੋ ਜਾਏ। ਹੁਣ ਮਨ ਅਰੋਗ ਤਾਂ ਹੋਏਗਾ ਜੇ ਚੰਗੀ ਵਿਚਾਰਧਾਰਾ ਮਿਲੇਗੀ। ਜਿਹੜਾ ਸਤਿਗੁਰੂ ਜੀ ਨੇ ਕਿਹਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ, ਭਈ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਜੀ ਦੇ ਪਿਆਰ ਜੁੜਿਆ ਕਰੋ, ਤੁਹਾਡਾ ਤਨ ਵੀ ਤੁਹਾਡਾ ਮਨ ਵੀ ਜਿਹੜਾ ਤੰਦਰੁਸਤ ਹੋ ਜਾਏਗਾ। ਹੁਣ ਉਸ ਵਿਅਕਤੀ ਦੀ ਜੋ ਪਿੰਗਲਾ ਸੀ ਉਹ ਗੁਰੂ ਦਰਬਾਰ 'ਚ ਆਇਆ। ਇੱਕ ਤੇ ਉਹਦੀ ਰੱਬ ਦੇ ਭਰੋਸੇ ਵਾਲੀ ਧਰਮ ਪਤਨੀ ਬੜੀ ਨੇਕ ਸਤਵੰਤੀ ਬੀਬੀ ਹੈ, ਦੂਜਾ ਇਹਨੇ ਗੁਰੂ ਕੇ ਦੀਦਾਰ ਕੀਤੇ, ਅਜਿਹੇ ਵਾਤਾਵਰਣ 'ਚ ਆਇਆ, ਇਹਦੇ ਮਨ 'ਚ ਵੀ ਰੱਬ ਦਾ ਪਿਆਰ ਜਾਗਿਆ ਤੇ ਤੰਦਰੁਸਤ ਹੋਣਾ ਇੱਕ ਯਕੀਨੀ ਗੱਲ ਸੀ। ਬਾਕੀ ਜਿੱਥੋਂ ਤੱਕ ਇਹ ਅਸੀਂ ਧਾਰਨਾ ਕਹਿੰਦੇ ਕਿ ਉੱਥੇ ਕਾਨ ਹੁੰਦੇ ਸੀ, ਚਿੱਟੇ ਹੁੰਦੇ ਚਲੇ ਗਏ, ਉਹਦਾ ਅਰਥ ਇਹਦੋਂ ਅਗਲੀ ਗੱਲ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਬਚਨ ਹੈ ਗੁਰੂ ਰਾਮਦਾਸ ਜੀ ਦੀ ਵਡਿਆਈ ਵਿੱਚ, ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੇ ਕਉਆ ਹੰਸ ਹੋ ਗਏ।
ਗੁਰਮਤਿ ਨੇ ਨਾਮ ਉਸ ਸਰੋਵਰ ਦਾ ਅੰਮ੍ਰਿਤਸਰ ਰੱਖਿਆ। ਦੇਖੋ ਬੜੇ ਤੀਰਥ ਨੇ ਹੋਰ ਆਪਣੇ ਮੁਲਕ ਦੇ ਅੰਦਰ, ਪਰ ਅੰਮ੍ਰਿਤਸਰ ਦੀ ਇੱਕ ਖਾਸ ਵਿਲੱਖਣਤਾ ਹੈ। ਵੈਸੇ ਗੁਰਮਤਿ ਨੇ ਤੀਰਥ ਨਾਮ ਨੂੰ ਕਿਹਾ। ਜਦ ਗੁਰਬਾਣੀ ਪੜ੍ਹੀਏ ਨਾ, ਤੀਰਥ ਨਾਮਣ ਜਾਓ, ਤੀਰਥ ਨਾਮ ਹੈ। ਨਾਮ ਨੂੰ ਤੀਰਥ ਕਿਹਾ ਗੁਰਮਤਿ ਦੇ ਅੰਦਰ, ਸਤ ਸੰਗਤ ਨੂੰ ਤੀਰਥ ਕਿਹਾ, ਗੁਰੂ ਨੂੰ ਤੀਰਥ ਕਿਹਾ। ਗੁਰ ਤੀਰਥ ਦਰਿਆਓ, ਗੁਰੂ ਨੂੰ ਤੀਰਥ ਕਿਹਾ। ਕਿਉਂਕਿ ਨਾਮ ਜਿਹੜਾ ਹੈ ਉਹ ਸਾਨੂੰ ਆਤਮਿਕ ਜੀਵਨ ਦਿੰਦਾ ਹੈ। ਪਰ ਇਹ ਜਿਹੜਾ ਅੰਮ੍ਰਿਤਸਰ ਸਰੋਵਰ ਸਤਿਗੁਰੂ ਜੀ ਨੇ ਬਣਾਇਆ ਨਾ, ਇਹਨੇ ਵੀ ਸਮਾਜ ਨੂੰ ਇੱਕ ਨਵਾਂ ਜੀਵਨ ਦਿੱਤਾ। ਸਮਾਜ ਦੇ ਵਿੱਚ ਇੱਕ ਨਵੀਂ ਰੌਂ ਪੈਦਾ ਕੀਤੀ, ਇੱਕ ਨਵੀਂ ਸੋਚ ਪੈਦਾ ਕੀਤੀ। ਅੱਜ ਵੀ ਦੇਖੋ, ਕੋਈ ਵੀ ਵਿਅਕਤੀ ਸ੍ਰੀ ਅੰਮ੍ਰਿਤਸਰ ਸਾਹਿਬ ਜਾਏ, ਉਹ ਭਾਵੇਂ ਗੁਰਮਤਿ ਨੂੰ ਜਾਣਦਾ ਹੈ ਜਾਂ ਉਹ ਅਨਮਤ ਦਾ ਵੀ ਬੰਦਾ ਕਿਉਂ ਨਹੀਂ ਹੈ, ਕੋਈ ਵੀ ਬੰਦਾ ਜਿਹੜਾ ਹੈ, ਜਦ ਆਪਾਂ ਸ੍ਰੀ ਅੰਮ੍ਰਿਤਸਰ ਸਰੋਵਰ ਦੀਆਂ ਪਰਿਕਰਮਾ 'ਚ ਹੀ ਪਹੁੰਚ ਜਾਂਦੇ ਹਾਂ, ਉੱਥੋਂ ਦਾ ਜਿਹੜਾ ਵਾਤਾਵਰਣ ਹੈ ਨਾ, ਉੱਥੋਂ ਦਾ ਜਿਹੜਾ ਪ੍ਰਭਾਵ ਹੈ, ਔਰਾ ਹੈ, ਉਹ ਹਰ ਮਨੁੱਖ ਦੇ ਉੱਪਰ ਆਪਣਾ ਅਸਰ ਪਾਉਂਦਾ ਹੈ। ਹਰ ਮਨੁੱਖ ਜਿਹੜਾ ਨਾ ਉਹ ਕੀਲੇ ਹੀ ਜਾਂਦਾ ਹੈ ਉੱਥੇ ਜਾ ਕੇ। ਇਹੋ ਜੀ ਇੱਕ ਦਾਤ ਸਤਿਗੁਰੂ ਜੀ ਨੇ ਉੱਥੇ ਰੱਖੀ ਹੋਈ ਹੈ, ਗੁਰਬਾਣੀ ਦਾ ਪ੍ਰਵਾਹ ਚਲਾਇਆ ਹੋਇਆ। ਸੋ ਇਸ ਸਰੋਵਰ ਦੀ ਮਹਾਨਤਾ ਇਕੱਲੀ ਇਸ ਕਰਕੇ ਹੀ ਨਹੀਂ ਹੈ ਕਿ ਪਿੰਗਲਾ ਪਤੀ ਠੀਕ ਹੋ ਗਿਆ, ਉਹ ਤੇ ਹੋਇਆ ਹੀ ਹੈ। ਔਰ ਅੱਜ ਵੀ ਜਿਨ੍ਹਾਂ ਲੋਕਾਂ ਦੇ ਅੰਦਰ ਗੁਰਬਾਣੀ ਦਾ ਪਿਆਰ ਹੈ, ਜਿਹੜੇ ਮਨ ਕਰਕੇ ਗੁਰੂ ਸ਼ਬਦ ਤੇ ਭਰੋਸਾ ਰੱਖਦੇ ਨੇ, ਉਹ ਤੇ ਅੱਜ ਵੀ ਠੀਕ ਹੁੰਦੇ ਨੇ, ਇਹ 'ਚ ਕੋਈ ਸ਼ੱਕ ਨਹੀਂ ਹੈ। ਦੇਖੋ ਅਸਥਾਨ ਉਹੀ ਨੇ ਗੁਰੂ ਦੇ। ਮਾਨਯੋਗ ਭਾਈ ਵੀਰ ਸਿੰਘ ਜੀ ਨੇ ਇੱਕ ਬੜੀ ਪਿਆਰੀ ਗੱਲ ਲਿਖੀ ਹੈ ਕਿ ਉਹੀ ਸਾਡੇ ਗੁਰੂ ਅਸਥਾਨ ਨੇ, ਜਿਨ੍ਹਾਂ ਅਸਥਾਨਾਂ ਤੇ ਗੁਰੂ ਸਾਹਿਬ ਜੀ ਬੈਠ ਕੇ ਬਖਸ਼ਾਂ ਕਰਦੇ ਸਨ, ਦੁਖੀਆਂ ਦੇ ਦੁੱਖ ਮਿਟਦੇ ਸਨ। ਹੁਣ ਵੀ ਉਹੀ ਨੇ, ਪਰ ਮਸਲਾ ਹੈ ਕਿ ਸਾਡੀ ਉਹ ਸ਼ਰਧਾ, ਸਾਡੀ ਉਹ ਭਾਵਨਾ, ਸਾਡੀ ਉਹ ਆਸਥਾ ਉਹ ਨਹੀਂ ਹੈ ਜਿਸ ਭਾਵਨਾ ਨਾਲ ਉੱਥੇ ਜਾਣਾ ਚਾਹੀਦਾ ਹੈ। ਸਾਨੂੰ ਹਮੇਸ਼ਾ ਉੱਥੇ ਗੁਰੂ ਕੇ ਪਿਆਰੇ ਬਣ ਕੇ ਜਾਣਾ ਚਾਹੀਦਾ ਹੈ, ਯਾਤਰੂ ਨਹੀਂ ਬਣ ਕੇ ਜਾਣਾ ਚਾਹੀਦਾ ਕਿ ਕਦੇ ਇੱਥੇ ਫੋਟੋ ਖਿੱਚਣ ਲੱਗ ਪਏ, ਕਦੀ ਇੱਥੇ ਖਿੱਚਣ ਲੱਗ ਪਏ। ਹੈਰਾਨੀ ਹੁੰਦੀ ਹੈ ਕਿ ਉੱਥੇ ਦੇਖੋ ਰੱਬੀ ਬਾਣੀ ਦਾ ਕੀਰਤਨ ਹੋ ਰਿਹਾ ਹੈ, ਮਨ ਦੇ ਉੱਪਰ ਕਿੰਨਾ ਪ੍ਰਭਾਵ ਪਾਉਂਦਾ ਹੈ, ਤੇ ਕਈ ਪ੍ਰਕਰਮਾਂ 'ਚ ਟੋਲੀਆਂ ਕਰਕੇ ਗੱਲਾਂ ਹੀ ਕਰਦੇ ਫਿਰਦੇ, ਕੋਈ ਇੱਧਰ ਨੂੰ ਇਕੱਠਾ ਹੋ ਕੇ ਤੁਰੇ ਫਿਰਦੇ, ਕੋਈ ਇੱਧਰ ਨੂੰ ਤੁਰਿਆ ਫਿਰਦੇ। ਉਹ ਦਰਸ਼ਨ ਨਹੀਂ ਕਰਨ ਆਏ ਹੁੰਦੇ, ਕੋਈ ਫੋਟੋ ਖਿੱਚੀ ਚਲੇ ਜਾਂਦੇ ਨੇ, ਉਹ ਦਰਸ਼ਨ ਕਰਨ ਨਹੀਂ ਆਏ ਹੁੰਦੇ, ਉਹ ਤੇ ਯਾਤਰੂ ਬਣ ਕੇ ਆਏ ਹੁੰਦੇ ਨੇ। ਇੱਕ ਵਾਰ ਮੈਂ ਇੰਗਲੈਂਡ ਤੋਂ ਆ ਰਿਹਾ ਸਾਂ, ਅਬੂ ਧਾਬੀ ਤੋਂ ਮੇਰੀ ਫਲਾਈਟ ਚੇਂਜ ਹੋਈ, ਤੇ ਬਹੁਤ ਸਾਰੇ ਮੁਸਲਮਾਨ ਹੱਜ ਕਰਨ ਲਈ ਜਿਹੜੇ ਜਾਂਦੇ ਨੇ ਮੱਕੇ 'ਚ, ਉੱਥੋਂ ਉਸ ਫਲਾਈਟ 'ਚ ਬੈਠੇ, ਤੇ ਮੈਂ ਇੱਕ ਮੁਸਲਮਾਨ ਵੀਰ ਦੇ ਨਾਲ ਗੱਲ ਕੀਤੀ, ਕੁਦਰਤੀ ਸਹਿਸਵਾ, ਪੰਜਾਬੀ ਸੀ, ਪਾਕਿਸਤਾਨ ਦਾ ਸੀ, ਵੀ ਸਾਡੇ ਦਰਬਾਰ ਸਾਹਿਬ ਜੀ ਵਿੱਚ ਹਰ ਕੋਈ ਆ ਸਕਦਾ ਹੈ, ਤੁਸੀਂ ਕਹਿੰਦੇ ਕਿ ਮੱਕੇ 'ਚ ਹਰ ਕੋਈ ਜਾ ਨਹੀਂ ਸਕਦਾ। ਉਹਨੇ ਜਿਹੜੀ ਗੱਲ ਕਹੀ, ਗੱਲ ਵਧੀਆ ਵੀ ਸੀ। ਕਹਿੰਦਾ ਜੀ ਅਸੀਂ ਮੱਕੇ ਦੇ ਵਿੱਚ ਸਿਰਫ ਆਸਥਾ ਲੈ ਕੇ ਜਾਂਦੇ ਹਾਂ, ਉੱਥੇ ਅਸੀਂ ਕੁਝ ਲੈਣ ਲਈ ਜਾਂਦੇ ਹਾਂ। ਤੁਸੀਂ ਦਰਬਾਰ ਸਾਹਿਬ ਨੂੰ ਤੇ ਸਿਰਫ ਯਾਤਰੂ ਹੀ ਘਰ ਬਣਾ ਦਿੱਤਾ ਹੈ, ਭਾਵ ਕੇਵਲ ਤਾਂ ਕੇਵਲ ਲੋਕੀ ਟਹਿਲਣ ਲਈ ਉੱਥੇ ਆਉਣ ਲੱਗ ਪਏ ਨੇ। ਇਹ ਗੱਲ ਹੈ ਵੀ ਸੱਚ ਹੈ। ਬਹੁਤ ਸਾਰੇ ਤੁਸੀਂ ਲੋਕੀ ਦੇਖੋਗੇ ਉੱਥੇ ਗੁਰਬਾਣੀ ਦੇ ਕੀਰਤਨ ਵੱਲ ਨਹੀਂ ਧਿਆਨ ਹੁੰਦਾ ਉਹਨਾਂ ਦਾ, ਉਹਦੇ ਜਾਂ ਤੇ ਜਲਦੀ ਜਲਦੀ ਮੱਥਾ ਟੇਕ ਲਈਏ, ਜਾਂ ਬਸ ਆਪੋ ਆਪਣੀਆਂ ਸੋਚਾਂ 'ਚ ਗੱਲਾਂ 'ਚ ਪੈ ਕੇ ਉਹ ਦੂਸਰਿਆਂ ਨੂੰ ਵੀ ਕੀਰਤਨ ਨਹੀਂ ਸੁਣਦੇ। ਤੁਸੀਂ ਕਿਤੇ ਪ੍ਰਕਰਮਾਂ 'ਚ ਬੈਠ ਜਾਓ ਨਾ ਕਿ ਕੀਰਤਨ ਸੁਣਨਾ, ਕਿ ਫੋਨ ਹੀ ਸੁਣੀ ਜਾਣਗੇ, ਕਿ ਫੋਟੋ ਖਿੱਚੀ ਚਲੇ ਜਾਣਗੇ। ਭਾਈ ਵੀਰ ਸਿੰਘ ਜੀ ਨੇ ਜਿਹੜੀ ਗੱਲ ਕਹੀ ਹੈ ਕਿ ਅਸਥਾਨ ਉਹੀ ਨੇ ਜਿੱਥੇ ਅਸੀਂ ਕਹਿੰਦੇ ਕਿ ਕਾਮ ਹੀ ਹੰਸ ਹੋ ਜਾਂਦੇ ਨੇ, ਉੱਥੇ ਹੁਣ ਵੀ ਹੁੰਦੇ ਨੇ। ਇਹ ਗੁਰੂ ਕੀ ਸੰਗਤ ਜਿਹੜੀ ਹੈ, ਇਹ ਗੁਰੂ ਕੀ ਪਵਿੱਤਰ ਬਾਣੀ ਜਿਹੜੀ ਹੈ, ਗੁਰੂ ਕੇ ਜਿਹੜੇ ਪਵਿੱਤਰ ਦੀਦਾਰ ਨੇ, ਅੱਜ ਵੀ ਸਾਡੇ ਕਾਲੇ ਮਨਾਂ ਨੂੰ ਉਜਲ ਕਰਦੇ ਨੇ। ਦੇਖੋ ਬਾਹਰਲੇ ਕਾਂ ਤੇ ਕਾਂ ਹੀ ਰਹਿਣੇ ਨੇ, ਉਹ ਜਿੱਥੇ ਮਰਜ਼ੀ ਨਾ ਲੈਣ। ਇਹ ਬੜੀ ਤਗੜੀ ਪ੍ਰਤੀਕ ਹੈ ਇੱਕ ਗੱਲ। ਉਹ ਇਹ ਹੈ ਕਿ ਜਿਹੜੇ ਲੋਕ ਮਨ ਕਰਕੇ ਕਾਵਾਂ ਵਰਗੇ ਕਾਲੇ ਨੇ, ਜਿਹੜੇ ਮਨ ਕਰਕੇ ਵੀ ਕਾਲੇ ਨੇ, ਜੀਓ ਵੀ ਮੈਲੇ ਨੇ, ਬਾਹਰੋਂ ਵੀ ਮੈਲੇ ਨੇ, ਉਹ ਜਦੋਂ ਸਤਿਗੁਰੂ ਜੀ ਦੀ ਪਵਿੱਤਰ ਬਾਣੀ 'ਚ ਆਪਣੀ ਸੁਰਤ ਦਾ ਇਸ਼ਨਾਨ ਕਰਾਉਂਦੇ ਨੇ, ਤੇ ਉਹਨਾਂ ਦੀ ਸੁਰਤ ਜਿਹੜੀ ਉਜਲ ਹੋ ਜਾਂਦੀ ਹੈ, ਹੰਸ ਵਰਗੀ ਬਣ ਜਾਂਦੀ ਹੈ, ਉਹ ਵਿਵੇਕ ਵਾਲੇ ਬਣ ਜਾਂਦੇ ਨੇ। ਉਹਨਾਂ ਦੇ ਅੰਦਰੋਂ ਜਿਹੜੀ ਹੈ ਨਾ ਗੰਦਗੀ ਜਾਂ ਵਿਕਾਰਾਂ ਵਾਲੀ ਭਾਵਨਾ, ਉਹ ਖਤਮ ਹੋ ਜਾਂਦੀ ਹੈ। ਸੋ ਸਤਿਗੁਰੂ ਜੀ ਦੇ ਦਰ ਤੇ ਆ ਕੇ ਕਾਵਾਂ ਦਾ ਹੰਸ ਬਣਨਾ, ਇਹ ਤੇ ਗੁਰਬਾਣੀ ਨੇ ਅੰਕਿਤ ਕੀਤਾ ਹੈ। ਪਰ ਕਾਂ ਕੀ ਨੇ, ਉਹ ਸਮਝਣ ਦੀ ਲੋੜ ਹੈ। ਪਿੰਗਲੇ ਦਾ ਇੱਥੇ ਆ ਕੇ ਤੰਦਰੁਸਤ ਹੋਣਾ, ਇਹ ਮਹਾਨ ਗੱਲ ਹੈ। ਅੱਜ ਵੀ ਜਦੋਂ ਕੋਈ ਮਨ ਕਰਕੇ ਤੰਦਰੁਸਤ ਹੋ ਜਾਂਦਾ ਹੈ ਨਾ, ਤੇ ਉਹ ਸਰੀਰ ਕਰਕੇ ਵੀ ਤੰਦਰੁਸਤ ਹੋ ਜਾਂਦਾ ਹੈ। ਬਹੁਤੇ ਰੋਗ ਜਿਹੜੇ ਨੇ ਉਹ ਮਨ ਕਰਕੇ ਹੀ ਪੈਦਾ ਹੁੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਗਰ ਵਸਾਇਆ,
ਤੇ ਨਗਰ ਵਸਾਉਣ ਦਾ ਮਕਸਦ ਦੇਖੋ ਸਤਿਗੁਰੂ ਜੀ ਦਾ ਕੀ ਸੀ। ਤੁਸੀਂ ਹੋਰ ਦੇਖੋ ਨਾ, ਕਦੀ ਤੁਸੀਂ ਬਾਹਰਲੇ ਮੁਲਕਾਂ 'ਚ ਵੀ ਜਾਓਗੇ ਨਾ, ਵੈਸਟਰਨ ਕੰਟਰੀ ਜਾਂ ਅਮਰੀਕਾ 'ਚ ਵੀ, ਉੱਥੇ ਵੀ ਈਸਾਈ ਪਾਦਰੀਆਂ ਨੇ ਕੁਝ ਕਲੋਨੀਆਂ ਬਣਾਈਆਂ ਜਿੱਥੇ ਸਿਰਫ ਈਸਾਈ ਹੀ ਰਹਿਣਗੇ। ਇਸੇ ਤਰੀਕੇ ਨਾਲ ਜਿਊਸ ਨੇ ਬਣਾਈਆਂ ਜਿੱਥੇ ਜਿਊਸ ਹੀ ਰਹਿਣਗੇ। ਆਪਣੇ ਮੁਲਕ 'ਚ ਵੀ ਕਿਤੇ ਰਾਧਾ ਸੁਆਮੀਆਂ ਨੇ ਬਣਾਈ ਜਿੱਥੇ ਰਾਧਾ ਸੁਆਮੀ ਹੀ ਰਹਿਣਗੇ। ਇਹੀ ਤੇ ਵੈਰ ਵਿਤਕਰੇ ਸਮਾਜ ਵਿੱਚੋਂ ਦੂਰ ਕਰਨੇ ਸੀ। ਗੁਰਮਤਿ ਨੇ ਜੋ ਦਾਤ ਦਿੱਤੀ ਹੈ, ਜੋ ਬਖਸ਼ਿਸ਼ ਕੀਤੀ ਹੈ, ਉਹ ਸਭ ਤੋਂ ਵੱਡੀ ਗੱਲ ਸੀ ਮਨੁੱਖ ਦੀ ਮਨੁੱਖ ਦੇ ਨਾਲ ਸਾਂਝ ਬਣੇ। ਇਹ ਮਨੁੱਖ ਦੇ ਵਿੱਚ ਜਿਹੜੀਆਂ ਦੀਵਾਰਾਂ ਨੇ ਊਚ ਨੀਚ ਦੀਆਂ, ਭਿੰਨ ਭੇਦ ਦੀਆਂ, ਜਾਤ ਪਾਤ ਦੀਆਂ, ਇਹ ਮਿਟ ਜਾਣ। ਮਨੁੱਖ ਦੀ ਮਨੁੱਖ ਨਾਲ ਸਾਂਝ ਬਣੇ, ਮਨੁੱਖ ਦੀ ਪਰਮਾਤਮਾ ਨਾਲ ਸਾਂਝ ਬਣੇ। ਇਹ ਦੋ ਮਕਸਦ ਨੇ ਗੁਰੂ ਦੇ। ਗੁਰੂ ਕਾ ਇੱਕ ਪਵਿੱਤਰ ਬਚਨ ਆਪਾਂ ਪੜ੍ਹਦੇ ਹਾਂ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਛੀਠ। ਵਿਛੜਿਆਂ ਨੂੰ ਮਿਲਣਾ, ਜਿਹੜੇ ਵਿਛੜੇ ਪ੍ਰਮਾਤਮਾ ਤੋਂ ਉਹਨਾਂ ਨੂੰ ਵੀ ਮਿਲਣਾ, ਤੇ ਜਿਹੜੇ ਮਨੁੱਖੀ ਤੌਰ ਤੇ ਆ ਦੀਵਾਰਾਂ ਬਣੀਆਂ ਨੇ, ਵੰਡੀਆਂ ਪਈਆਂ ਨੇ, ਧੜੇਬੰਦੀਆਂ ਬਣੀਆਂ ਨੇ, ਇਹਨਾਂ ਧੜੇਬੰਦੀਆਂ ਨੂੰ ਦੂਰ ਕਰਨਾ, ਸੱਚ ਜਾਣਨਾ। ਮਨੁੱਖ ਨੂੰ ਤੇ ਬਹੁਤ ਕੁਝ ਪ੍ਰਮਾਤਮਾ ਨੇ ਦਿੱਤਾ ਹੈ, ਮਨੁੱਖ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈ, ਪਰ ਮਨੁੱਖ ਦੇ ਅੰਦਰ ਕਿਉਂਕਿ ਇੱਕ ਗੱਲ ਘਰ ਘਰ ਗਈ, ਮੈਂ ਦੂਜੇ ਨਾਲੋਂ ਵੱਡਾ ਹਾਂ, ਉਹ ਮੇਰੇ ਨਾਲ ਨੀਵਾ ਹੈ, ਇਹ ਨੀਚ ਹੈ, ਮੈਂ ਉੱਚ ਹਾਂ। ਇਹਦੇ ਕਰਕੇ ਇੰਨਾ ਇਹ ਮਨੁੱਖੀ ਇਸ ਧਰਤੀ ਦਾ ਰਾਜਾ ਹੁੰਦਾ ਹੋਇਆ, ਇਹ ਮਨੁੱਖ ਦੇਖੋ ਨਾ ਦੂਸਰੀਆਂ ਜਿਨ੍ਹਾਂ ਤੋਂ ਕਿੰਨਾ ਕੁ ਖੁਸ਼ਹਾਲ ਆ। ਕਿਤੇ ਦੂਸਰੀਆਂ ਜੂਨਾਂ ਦੇ ਵਿੱਚ ਆਜ਼ਾਦੀ ਹੈ, ਉਹ ਬੜੇ ਬੇਫਿਕਰ ਫਿਰਦੇ ਨੇ, ਪਸ਼ੂ ਪੰਛੀ ਜਿਹੜੇ ਨੇ। ਮਨੁੱਖ ਵੱਲ ਦੇਖ ਲਓ, ਜਿੰਨਾ ਉਹ ਵੱਡੇ ਰੁਤਬੇ ਤੇ ਉਨਾ ਹੀ ਜ਼ਿਆਦਾ ਪਰੇਸ਼ਾਨ ਨਜ਼ਰ ਆਉਂਦਾ ਹੈ, ਉਨਾ ਹੀ ਜ਼ਿਆਦਾ ਹੰਕਾਰੀ ਨਜ਼ਰ ਆਉਂਦਾ ਹੈ, ਉਨਾ ਹੀ ਜ਼ਿਆਦਾ ਵਿਕਾਰੀ ਨਜ਼ਰ ਆਉਂਦਾ ਹੈ। ਇਸੇ ਗੱਲ ਨੂੰ ਦੂਰ ਕਰਨ ਲਈ ਸਤਿਗੁਰੂ ਜੀ ਨੇ ਇਹ ਇਨਕਲਾਬ ਸ਼ੁਰੂ ਕੀਤਾ ਸੀ। ਸਤਿਗੁਰੂ ਜੀ ਨੇ ਬਿਨਾਂ ਕਿਸੇ ਜਾਤ ਪਾਤ ਦੇ ਵਿਤਕਰੇ ਤੋਂ ਹਰ ਮਨੁੱਖ ਨੂੰ ਇਸ ਧਰਤੀ ਤੇ ਲਿਆ ਕੇ ਵਸਣ ਦੀ ਪ੍ਰੇਰਣਾ ਕੀਤੀ। ਔਰ ਇਹੀ ਕਾਰਨ ਹੈ ਅੰਮ੍ਰਿਤਸਰ ਨਗਰ ਨੂੰ ਵਸਿਆਂ ਕੋ ਬਹੁਤ ਜ਼ਿਆਦਾ ਸਮਾਂ ਨਹੀਂ ਹੋਇਆ, 4 ਕੁ ਸਾਲ ਹੋ ਗਿਆ ਹੋਏਗਾ। ਜੇ ਸਤਿਗੁਰੂ ਜੀ ਨੇ 1574 'ਚ ਨਗਰ ਵਸਾਇਆ ਤੇ ਤੁਸੀਂ ਆਪ ਅੰਦਾਜ਼ਾ ਲਾ ਜਾਓ। ਔਰ ਇਸ ਨਗਰ ਦਾ ਏਡੀ ਜਲਦੀ ਵਿਕਸਿਤ ਹੋਣ ਜਾਣ ਦਾ ਕਾਰਨ ਇਹ ਸੀ ਕਿ ਇੱਥੇ ਸਾਰੇ ਕਿਰਤ ਕਰਨ ਵਾਲੇ ਲੋਕ ਸਨ। ਇੱਥੇ ਕਿਰਤੀਆਂ ਨੂੰ ਮਾਣ ਦਿੱਤਾ ਗਿਆ। ਕਿਰਤੀ ਜਿਹੜੇ ਨੇ ਉਹ ਸਮਾਜ ਦੀ ਰੀੜ੍ਹ ਦੀ ਹੱਡੀ ਹੋਇਆ ਕਰਦੇ ਨੇ। ਸਮਾਜ ਜਿਹੜਾ ਉਹ ਉਸਾਰੀ ਕਰਦਾ, ਤਰੱਕੀ ਕਰਦਾ ਸਿਰਫ ਤਾਂ ਸਿਰਫ ਕਿਰਤੀ ਲੋਕਾਂ ਦੇ ਸਿਰ ਤੇ। ਗੁਰੂ ਸਾਹਿਬਾਂ ਨੇ ਇਹ ਸੋਚ ਇੱਥੇ ਪੈਦਾ ਕੀਤੀ। ਸ੍ਰੀ ਅੰਮ੍ਰਿਤਸਰ ਨਗਰ ਵਸਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਗਰ ਵਸਾਇਆ, ਘਰ ਬਣਾ ਦਿੱਤੇ, ਦੂਰੋਂ ਦੂਰੋਂ ਲੋਕੀ ਇੱਥੇ ਆ ਕੇ ਰਹਿਣ ਲੱਗ ਪਏ। ਇੱਥੇ ਰਹਿੰਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਹੋਰ ਪਰਉਪਕਾਰ ਕੀਤੇ, ਸਤਿਗੁਰੂ ਜੀ ਨੇ ਇਸ ਸਮਾਜ ਨੂੰ ਵਧੀਆ ਬਣਾਉਣ ਦੇ ਲਈ ਜਿੱਥੇ ਮਸੰਦ ਪ੍ਰਥਾ ਨਿਯਤ ਕੀਤੀ, ਸਤਿਗੁਰੂ ਜੀ ਨੇ ਆਪਣੀ ਪਵਿੱਤਰ ਬਾਣੀ ਦੀ ਇਸ ਅਸਥਾਨ ਤੇ ਰਚਨਾ ਕੀਤੀ। ਔਰ ਅੰਮ੍ਰਿਤਸਰ ਧਰਤੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਇੱਕ ਮਹਾਨ ਅਭੁੱਲ ਅਮਰ ਯਾਦਗਾਰ ਹੈ, ਜਿਹੜੀ ਹਮੇਸ਼ਾ ਕਾਇਮ ਰਹੇਗੀ। ਇਹ ਗੱਲ ਠੀਕ ਹੈ ਕਿ ਗੁਰੂ ਸਾਹਿਬਾਂ ਨੇ ਜਦ ਤੋਂ ਨਗਰ ਵਸਾਇਆ, ਸਮੇਂ ਦੇ ਫੇਰ ਦੇ ਨਾਲ ਬੜੇ ਉਤਰਾਅ ਚੜ੍ਹਾਅ ਇਸ ਨਗਰ ਤੇ ਵੀ ਆਏ। ਆਪਾਂ ਦੇਖਦੇ ਹਾਂ 1947 ਤੋਂ ਬਾਅਦ ਪਾਰਟੀਸ਼ਨ ਹੋਈ, ਜੋ ਭਾਵਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਈ ਇਸ ਨਗਰ ਦੇ ਪ੍ਰਤੀ ਔਰ ਸਿੱਖ ਸੰਗਤਾਂ ਦੀ ਰਹੀ, ਸਿੱਖ ਹਿਰਦਿਆਂ ਦੀ ਰਹੀ। ਜੇ ਲਾਹੌਰ ਰਾਜਧਾਨੀ ਸੀ ਨਾ, ਤੇ ਸਾਡੀ ਧਰਮ ਦੀ ਰਾਜਧਾਨੀ ਜਿਹੜੀ ਸੀ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਸੀ, ਸਿੱਖ ਰਾਜ ਦੇ ਵੇਲੇ ਵੀ। ਔਰ ਸਿੱਖ ਸਰਦਾਰ ਜਾਂ ਸਿੱਖ ਯੋਧੇ, ਸਿੱਖ ਰਾਜੇ ਵੀ ਜਿਹੜੇ ਨੇ, ਉਹ ਆਪਣੀਆਂ ਰਾਜਧਾਨੀਆਂ ਨਾਲੋਂ ਜ਼ਿਆਦਾ ਮਾਣ ਇਸ ਸਥਾਨ ਨੂੰ ਦਿਆ ਕਰਦੇ ਸਨ। ਉਹਨਾਂ ਦੀ ਆਸਥਾ ਜ਼ਿਆਦਾ ਇਸ ਸਥਾਨ ਦੇ ਉੱਪਰ ਸੀ। ਅੱਜ ਵੀ ਸਿੱਖ ਦੇਸਾਂ ਪ੍ਰਦੇਸਾਂ 'ਚ ਜਿੱਥੇ ਵੀ ਬੈਠਾ ਹੈ, ਉਹ ਹਰ ਵੇਲੇ ਦੋਵੇਂ ਵੇਲੇ ਅਸੀਂ ਅਰਦਾਸ ਕਰਦੇ, ਜਦੋਂ ਵੀ ਅਰਦਾਸ ਕਰਦੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਅੰਮ੍ਰਿਤਸਰ ਦਾ ਧਿਆਨ ਹਮੇਸ਼ਾ ਸਿੱਖ ਧਰਦਾ ਹੈ, ਜਿੱਥੇ ਰਹਿੰਦਾ ਹੈ। ਅੰਮ੍ਰਿਤਸਰ ਸਾਡੇ ਲਈ ਇੱਕ ਬਹੁਤ ਵੱਡਾ ਪ੍ਰੇਰਣਾ ਦਾ ਸਰੋਤ ਹੈ। ਮੈਂ ਬੇਨਤੀ ਕੀਤੀ ਸੀ ਕਿ ਨਾਮ ਅੰਮ੍ਰਿਤ ਹੈ, ਉਹਨੇ ਸਾਨੂੰ ਆਤਮਿਕ ਜੀਵਨ ਦੇਣਾ ਹੈ, ਲੇਕਿਨ ਸਮਾਜ ਦੇ ਅੰਦਰ ਇੱਕ ਵਧੀਆ ਉੱਚੀ ਸੁੱਚੀ ਜੀਵਨ ਦੀ ਰੋਹ ਪੈਦਾ ਕੀਤੀ ਸ੍ਰੀ ਅੰਮ੍ਰਿਤਸਰ ਨਗਰੀ ਨੇ। ਤੇ ਗੁਰੂ ਸਾਹਿਬ ਜੀ ਨੇ ਜਦੋਂ ਨਗਰ ਵਸਾਉਣਾ ਸ਼ੁਰੂ ਕੀਤਾ ਨਾ, ਸਤਿਗੁਰੂ ਗੁਰੂ ਅਮਰਦਾਸ ਜੀ ਨੇ ਜਦੋਂ ਦੇਖਿਆ ਆਰੰਭ ਹੋਇਆ ਇਹ ਨਗਰ ਵਸਣਾ ਸ਼ੁਰੂ ਹੋ ਗਿਆ, ਤੇ ਸਤਿਗੁਰੂ ਜੀ ਨੇ ਉਚੇਚੇ ਤੌਰ ਤੇ ਇੱਕ ਬਚਨ ਕਿਹਾ, 12 ਤੇ ਵਧੀਕ ਪੜੋਗੇ, ਅੰਮ੍ਰਿਤਸਰ ਸਿਵਤੀ ਦਾ ਘਰ। ਅੰਮ੍ਰਿਤਸਰ ਸਿਵਤੀ ਦਾ ਘਰ ਦਾ ਅਰਥ ਇਹ ਹੈ ਕਿ ਗੁਰੂ ਰਾਮਦਾਸ ਜੀ ਮਹਾਰਾਜ ਨੇ ਇੱਥੇ ਸਾਰੀਆਂ ਸਿਫਤ ਸਲਾਹ ਦੀਆਂ ਗੱਲਾਂ ਬਣਾ ਦਿੱਤੀਆਂ। ਇੱਥੇ ਹਰ ਵੇਲੇ ਵਾਹਿਗੁਰੂ ਜੀ ਦੀ ਸਿਫਤ ਸਲਾਹ ਹੀ ਹੁੰਦੀ ਹੈ।
ਉਹ ਹਰ ਵਿਅਕਤੀ ਜਿਹੜਾ ਉਸ ਸਥਾਨ ਦੇ ਦਰਸ਼ਨ ਦੀਦਾਰ ਕਰਦਾ ਹੈ ਆਪਣੇ ਆਪ ਨੂੰ ਵਡਭਾਗੀ ਗਿਣਦਾ ਹੈ। ਔਰ ਗੁਰੂ ਸਾਹਿਬ ਜੀ ਨੇ ਇੱਕ ਬਹੁਤ ਵੱਡਾ ਪਰਉਪਕਾਰ ਕਰਕੇ ਇਹ ਸਾਨੂੰ ਸਿੱਖੀ ਦਾ ਕੇਂਦਰ ਦਿੱਤਾ। ਕਿਸੇ ਕੌਮ ਦੇ ਲਈ ਜਦੋਂ ਕਿਸੇ ਕੌਮ ਦੀ ਗੱਲ ਕਰਨੀ ਹੁੰਦੀ, ਕਿਉਂਕਿ ਅਸੀਂ ਕਹਿੰਦੇ ਕਿ ਸਿੱਖ ਇੱਕ ਕੌਮ ਹੈ, ਕਈ ਲੋਕਾਂ ਨੂੰ ਇਹ ਗੱਲ ਵਧੀਆ ਨਹੀਂ ਲੱਗਦੀ ਜਦੋਂ ਅਸੀਂ ਕਹਿੰਦੇ ਸਿੱਖ ਕੌਮ ਹੈ, ਉਹ ਕਹਿੰਦੇ ਜੀ ਸਾਡਾ ਹੀ ਹਿੱਸਾ ਹੈ, ਕਿਉਂਕਿ ਉਹ ਲੋਕ ਆਪਣੀ ਅਗਿਆਨਤਾ ਦੀਆਂ ਇਹ ਗੱਲਾਂ ਕਰਦੇ ਨੇ। ਕਿਸੇ ਕੌਮ ਦੀ ਪਹਿਚਾਣ ਕੀ ਹੁੰਦੀ, ਕਿਸੇ ਕੌਮ ਦੇ ਚਿੰਨ੍ਹ ਕੀ ਹੁੰਦੇ ਨੇ, ਕਿਸੇ ਕੌਮ ਦੀ ਇਹ ਕੁਆਲਿਟੀ ਹੁੰਦੀ ਹੈ ਕਿ ਉਹਦੇ ਕੋਲ ਆਪਣਾ ਧਰਮ ਗ੍ਰੰਥ ਹੋਣਾ ਚਾਹੀਦਾ ਹੈ, ਜੋ ਸਾਨੂੰ ਸਾਡੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਸਮੁੱਚੀ ਮਾਨਵਤਾ ਦੇ ਵਿੱਚ ਇੱਕ ਵਿਲੱਖਣ ਪਹਿਚਾਣ ਰੱਖਦੇ ਨੇ ਗੁਰੂ ਗ੍ਰੰਥ ਸਾਹਿਬ ਜੀ। ਕਿਸੇ ਕੌਮ ਦੀ ਪਹਿਚਾਣ ਹੈ ਕਿ ਉਸ ਕੌਮ ਦਾ ਆਪਣਾ ਕੇਂਦਰੀ ਅਸਥਾਨ ਹੋਣਾ ਚਾਹੀਦਾ ਹੈ। ਸ੍ਰੀ ਅੰਮ੍ਰਿਤਸਰ ਸਾਡਾ ਕੇਂਦਰੀ ਸਥਾਨ ਹੈ। ਸਿੱਖ ਅਮਰੀਕਾ ਚਲ ਜਾਏ, ਇੰਗਲੈਂਡ ਚਲ ਜਾਏ, ਕਿੱਥੇ ਵੀ ਦੁਨੀਆ ਚਲੇ ਜਾਏ, ਲੇਕਿਨ ਉਹਦਾ ਦਿਲ ਹੈ ਸ੍ਰੀ ਅੰਮ੍ਰਿਤਸਰ ਸਾਹਿਬ। ਤੇ ਇਹ ਗੱਲ ਚੇਤੇ ਰੱਖਿਓ, ਜਿਹੜੀਆਂ ਗੁਰਮਤ ਵਿਰੋਧੀ ਜਾਂ ਮਨੁੱਖੀ ਵਿਰੋਧੀ ਤਾਕਤਾਂ ਨੇ ਉਹਨਾਂ ਨੂੰ ਪਤਾ ਹੈ ਕਿ ਅੰਮ੍ਰਿਤਸਰ ਸਿੱਖੀ ਦਾ ਦਿਲ ਹੈ। ਉਹ ਹਮੇਸ਼ਾ ਦਿਲ ਤੇ ਹੀ ਵਾਰ ਕਰਦੀਆਂ ਨੇ, ਉਹ ਹਮੇਸ਼ਾ ਦਿਲ ਤੇ ਵਾਰ ਕਰਦੇ, ਭਾਵੇਂ ਅਬਦਾਲੀ ਹੈ, ਭਾਵੇਂ ਅੰਗਰੇਜ਼ ਹੈ, ਭਾਵੇਂ ਅੱਜ ਦੇ ਹਾਕਮ ਨੇ, ਭਾਵੇਂ ਕੋਈ ਹਾਕਮ ਨੇ, ਉਹਨਾਂ ਦੀ ਨਜ਼ਰ ਹਮੇਸ਼ਾ ਅੰਮ੍ਰਿਤਸਰ ਦੇ ਉੱਤੇ ਹੁੰਦੀ ਹੈ। ਤੇ ਜਦੋਂ ਨਾਦਰ ਸ਼ਾਹ ਦੁਰਾਨੀ ਨੂੰ ਲੁੱਟਿਆ ਨਾ ਸਿੰਘਾਂ ਨੇ, ਤੇ ਜ਼ਕਰੀਆ ਖਾਨ ਕੋਲ ਜਾ ਕੇ ਜਾਂਦਾ ਹੈ, ਪੁੱਛਦਾ ਹੈ ਕੌਣ ਨੇ ਲੋਕ ਜਿਨ੍ਹਾਂ ਨੇ ਮੈਨੂੰ ਲੁੱਟਿਆ। ਨਾਦਰ ਦੇ ਅੱਗੇ ਦਿੱਲੀ ਵਾਲੇ ਝੁਕ ਗਏ, ਆਪਣੀਆਂ ਧੀਆਂ ਦੇ ਡੋਲੇ ਦੇ ਕੇ ਉਹਨਾਂ ਨੇ ਜਾਨ ਬਚਾਈ। ਦਿੱਲੀ ਦੇ ਹਾਕਮਾਂ ਨੇ, ਰਾਜਿਆਂ ਨੇ, ਹਿੰਦੁਸਤਾਨ ਦੇ ਜਿਹੜੇ ਹਾਕਮ ਸਨ ਹੱਥ ਜੋੜੀ ਖਲੋਂਦੇ ਸਨ, ਨਜ਼ਰਾਨੇ ਦਿੰਦੇ ਸਨ, ਪਰ ਉਹਨੂੰ ਰੱਜ ਕੇ ਲੁੱਟਿਆ ਸਿੰਘਾਂ ਨੇ, ਕੁੱਟਿਆ। ਨਾਦਰ ਕਹਿੰਦਾ ਕਿ ਮੈਂ ਇਸ ਮੁਲਕ ਨੂੰ ਲੁੱਟਣ ਵਾਲਾ ਤੇ ਮੈਨੂੰ ਲੁੱਟਣ ਵਾਲੇ ਕੌਣ ਆ ਗਏ। ਫਿਰ ਜ਼ਕਰੀਆ ਖਾਨ ਖੂਬੀ ਦੱਸਦਾ ਹੈ ਕਿ ਇੱਕ ਪੰਥ ਪੈਦਾ ਹੋਇਆ, ਗੁਰੂ ਨਾਨਕ ਸਾਹਿਬ ਜੀ ਨੇ ਚਲਾਇਆ, ਮੁਰਸ਼ਿਦ ਕੋ ਵਲੀ ਪਇਓ ਹੈ, ਆਬੇ ਹਾਥ ਇਨਹੀ ਕੋ ਦਿਓ ਹੈ। ਇਹ ਸਾਰੀਆਂ ਖੂਬੀਆਂ ਦੱਸਦਾ ਕਿ ਇਹਨਾਂ ਦੇ ਇੱਕ ਅੰਮ੍ਰਿਤ ਸਰੋਵਰ ਹੈ, ਅੰਮ੍ਰਿਤਸਰ ਹੈ। ਇਹ ਅੰਮ੍ਰਿਤਸਰ ਚ ਨਹਾਉਂਦੇ ਨੇ ਤੇ ਇਹਨਾਂ ਨੂੰ ਨਵੀਂ ਜ਼ਿੰਦਗੀ ਮਿਲ ਜਾਂਦੀ ਹੈ। ਜਿੰਨੇ ਮਰਜ਼ੀ ਜ਼ਖਮੀ ਹੋ ਜਾਣ, ਇਹ ਜਾਣਦੇ ਨੇ ਕਿ ਉਹਨਾਂ ਨੂੰ ਉੱਥੇ ਇੱਕ ਤਾਕਤ ਮਿਲਦੀ ਹੈ। ਇਹ ਸਾਡੇ ਵਿਰੋਧੀ ਜਾਣਦੇ ਨੇ ਕਿ ਇਹਨਾਂ ਨੂੰ ਜੇ ਤਾਕਤ ਮਿਲਦੀ ਹੈ, ਆਤਮਿਕ ਮਲ ਮਿਲਦਾ, ਤੇ ਉਹ ਮਿਲਦਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ। ਇਹੀ ਕਾਰਨ ਹੈ ਉਹਨਾਂ ਦੀ ਨਜ਼ਰ ਹੀ ਅੰਮ੍ਰਿਤਸਰ ਤੇ ਰਹਿੰਦੀ ਹੈ। ਸਿੱਧੇ ਅਸਿੱਧੇ ਤੌਰ ਤੇ ਅੱਜ ਜਾਂ ਕਦੋਂ ਵੀ ਉਹ ਹਮੇਸ਼ਾ ਸੋਚਦੇ ਕਿ ਇਸ ਸਥਾਨ ਨੂੰ ਕਬਜ਼ੇ 'ਚ ਲੈ ਲਓ। ਠੀਕ ਹੈ, ਹਕੂਮਤਾਂ ਕੋਈ ਚਿਰ ਲਈ ਉਸ ਸਥਾਨ ਤੇ ਆਪਣੇ ਕਬਜ਼ੇ ਕਰ ਸਕਦੀ ਨੇ, ਮੱਸਾ ਰੰਗੜ ਵੀ ਬੈਠ ਗਿਆ ਸੀ, ਕੋਈ ਗੱਲ ਨਹੀਂ ਹੈ, ਲੇਕਿਨ ਉਹ ਜਿਹਿਆਂ ਨੂੰ ਹਟਾਉਣਾ ਵੀ ਆਉਂਦਾ। ਅੰਮ੍ਰਿਤਸਰ ਦੇ ਪਿਆਰ ਕਰਨ ਵਾਲਿਆਂ ਨੂੰ, ਉਹ ਜਿਹੇ ਲੋਕਾਂ ਨੂੰ ਉੱਥੋਂ ਭਜਾਉਣਾ, ਤੇ ਅਬਦਾਲੀ ਵਰਗਿਆਂ ਨੂੰ ਭਜਾ ਦਿੱਤਾ। ਅਬਦਾਲੀ ਬੜੀ ਤਗੜੀ ਤਾਕਤ ਸੀ ਜਿਹਦੇ ਅੱਗੇ ਹਿੰਦੁਸਤਾਨ ਡਰਦਾ ਸੀ, ਝੁਕਦਾ ਸੀ। ਸੋ ਹਕੂਮਤਾਂ ਦੀ ਹਮੇਸ਼ਾ ਨਜ਼ਰ ਰਹੀ ਹੈ ਕਿ ਇਹਨਾਂ ਨੂੰ ਇੱਥੇ ਇੱਕ ਨਵਾਂ ਜੀਵਨ ਮਿਲਦਾ ਹੈ, ਇੱਕ ਨਵੀਂ ਸੋਚ ਮਿਲਦੀ ਹੈ। ਜਿੰਨਾ ਚਿਰ ਸਿੱਖ ਅੰਮ੍ਰਿਤਸਰ ਸਾਹਿਬ ਨਾਲ ਜੁੜਿਆ ਰਹੇਗਾ, ਸਿੱਖ ਨੂੰ ਉੱਥੋਂ ਇੱਕ ਨਵੀਂ ਜੀਵਨ, ਆਤਮਿਕ ਬਲ ਮਿਲਦਾ ਰਹੇਗਾ। ਇਸੇ ਕਰਕੇ ਸਾਡੀ ਅਰਦਾਸ ਦਾ ਇੱਕ ਹਿੱਸਾ ਬਣ ਗਿਆ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ। ਅਸੀਂ ਦੋਵੇਂ ਵੇਲੇ ਜੱਚ ਨਾ ਕਰਦੇ, ਇਹ ਠੀਕ ਹੈ, ਅੰਮ੍ਰਿਤਸਰ ਦਾ ਅਰਥ ਅੰਮ੍ਰਿਤ ਦਾ ਸਰੋਵਰ ਹੈ, ਨਾਮ ਅੰਮ੍ਰਿਤ ਨੂੰ ਵੀ ਅੰਮ੍ਰਿਤ ਕਿਹਾ ਹੈ, ਲੇਕਿਨ ਇਹ ਅੰਮ੍ਰਿਤ ਸਰੋਵਰ ਇਸੇ ਕਰਕੇ ਨਾਮ ਰੱਖਿਆ ਕਿ ਇਹ ਅੰਮ੍ਰਿਤ ਸਰੋਵਰ ਸਾਨੂੰ ਸਮਾਜਿਕ ਤੌਰ ਤੇ, ਕੌਮੀ ਤੌਰ ਤੇ ਇੱਕ ਨਵਾਂ ਬਲ ਦਿੰਦਾ ਹੈ, ਮਨੁੱਖਤਾ ਦੇ ਅੰਦਰ ਇੱਕ ਨਵੀਂ ਜੀਵਨ ਰੌਂ ਪੈਦਾ ਕਰਦਾ ਹੈ, ਇੱਕ ਨਵਾਂ ਇਨਕਲਾਬ ਪੈਦਾ ਕਰਦਾ ਹੈ। ਗੁਰੂ ਰਾਮਦਾਸ ਸਾਹਿਬ ਜੀ ਦਾ ਇਹ ਪਵਿੱਤਰ ਸਥਾਨ, ਇਹਦੇ ਤੇ ਬੜੇ ਕਈ ਤਰ੍ਹਾਂ ਦੇ ਰੰਗ ਬਦਲੇ, ਸਮੇਂ ਦੇ ਨਾਲ ਕਈ ਉਤਰਾ ਚੜਾ ਆਏ, ਪਰ ਇਹ ਗੁਰੂ ਕੀ ਨਗਰੀ ਅੱਜ ਵੀ ਘੁੱਗ ਵਸਦੀ ਹੈ, ਹਮੇਸ਼ਾ ਘੁੱਗ ਵਸਦੀ ਰਹੇਗੀ। ਜਿਨ੍ਹਾਂ ਵੀ ਲੋਕਾਂ ਨੂੰ ਉਸ ਸਥਾਨ ਤੇ ਸੇਵਾ ਦਾ ਮੌਕਾ ਮਿਲਦਾ ਹੈ ਜਾਂ ਪ੍ਰਬੰਧ ਦਾ ਮੌਕਾ ਮਿਲਦਾ ਹੈ, ਉਹਨਾਂ ਨੂੰ ਤੇ ਸਗੋਂ ਲਾਹਾ ਲੈਣਾ ਚਾਹੀਦਾ ਹੈ ਕਿ ਗੁਰੂ ਕੀ ਇਸ ਪਵਿੱਤਰ ਨਗਰੀ ਤੇ ਸਾਨੂੰ ਸੇਵਾ ਕਮਾਉਣ ਦਾ ਮੌਕਾ ਮਿਲਿਆ ਹੈ। ਔਰ ਗੁਰਸਿੱਖ ਹਮੇਸ਼ਾ ਹੀ ਉੱਥੇ ਦੇ ਪ੍ਰਤੀ ਜਿੱਥੇ ਭਾਵਨਾ ਰੱਖਦਾ ਹੈ, ਉਹਦੇ ਅੰਦਰ ਇੱਕ ਤਾਂਘ ਰਹਿੰਦੀ ਹੈ। ਜਦੋਂ ਬੜੇ ਬਿਖਮ ਸਮੇਂ ਸੀ ਸਨ ਪੰਥ ਖਾਲਸਾ ਦੇ ਉੱਪਰ, ਜਦੋਂ ਬੀਕਾਨੇਰ ਦੇ ਜੰਗਲਾਂ 'ਚ ਰਹਿ ਕੇ ਵੀ ਸਿੱਖ ਆਪਣੀ ਦਿਨ ਕੱਟੀ ਕਰਦਾ ਸੀ, ਘੋੜਿਆਂ ਦੀਆਂ ਕਾਠੀਆਂ ਤੇ ਰਾਤਾਂ ਬਤੀਤ ਕਰਨੀਆਂ, ਘਰੋਂ ਬੇਕਾਰ ਹੋ ਗਏ ਸਿੱਖ। ਸਿੱਖਾਂ ਨੇ ਅੰਮ੍ਰਿਤਸਰ ਨੂੰ ਉਦੋਂ ਵੀ ਨਹੀਂ ਭੁਲਾਇਆ। ਸਿੱਖ ਉਦੋਂ ਵੀ ਜਿਵੇਂ ਕਿਵੇਂ ਰਾਤ ਬਰਾਤੇ ਆ ਕੇ, ਭਾਵੇਂ ਚੋਰੀ ਆ ਕੇ, ਇਤਿਹਾਸ ਕਹਿੰਦਾ ਘੋੜੇ ਸਮੇਤ ਹੀ ਛਾਲ ਮਾਰਦੇ ਸਨ, ਸਰੋਵਰ 'ਚ ਇਸ਼ਨਾਨ ਕਰਕੇ ਨਿਕਲ ਜਾਂਦੇ ਸਨ। ਉਸ ਵੇਲੇ ਵੀ ਉਹਨਾਂ ਨੇ ਅੰਮ੍ਰਿਤਸਰ ਦੇ ਇਸ਼ਨਾਨ ਨੂੰ ਭੁਲਾਇਆ ਨਹੀਂ ਹੈ। ਭਾਈ ਬੋਤਾ ਸਿੰਘ ਜੀ, ਗਰਜਾ ਸਿੰਘ ਜੀ ਦੀ ਗਾਥਾ ਤੇ ਅਸੀਂ ਸੁਣਦੇ ਹਾਂ ਕਿ ਉਹ ਅੰਮ੍ਰਿਤਸਰ ਦੇ ਦੀਦਾਰ ਕਰਨ ਲਈ ਬੀਕਾਨੇਰ ਤੋਂ ਚੱਲ ਕੇ ਆ ਰਹੇ ਸਨ। ਉਹ ਇਸ ਕਰਕੇ ਕਿ ਦਿਨ ਵੇਲੇ ਥੋੜਾ ਵੈਰੀ ਦੀਆਂ ਨਜ਼ਰਾਂ ਤੋਂ ਆਪਾਂ ਉੱਲੇ ਹੋ ਜਾਈਏ, ਜਾਣਾ ਅੰਮ੍ਰਿਤਸਰ ਜਾਣ ਦਾ ਨਿਸ਼ਾਨਾ ਹੈ।
ਤੇ ਅੰਮ੍ਰਿਤਸਰ ਉਹ ਸਥਾਨ ਹੈ ਜਿਸ ਸਥਾਨ ਨੂੰ ਖਤਮ ਕਰਨ ਲਈ ਵੈਰੀ ਨੇ ਹਮੇਸ਼ਾ ਬੜੀਆਂ ਯੋਜਨਾਵਾਂ ਬਣਾਈਆਂ ਕਿ ਉੱਥੇ ਦੀ ਜੋਤ ਨੂੰ ਬੰਦ ਕੀਤਾ ਜਾਏ, ਪਰ ਸਿੱਖ ਯੋਧਿਆਂ ਨੇ ਭਾਵੇਂ ਆਪਣਾ ਖੂਨ ਵੀ ਉੱਥੇ ਪਾ ਕੇ ਦੀਵੇ ਨੂੰ ਜਲਾਇਆ, ਪਰ ਉਹ ਜੋਤ ਬੁਝਣ ਨਹੀਂ ਦਿੱਤੀ। ਇੰਨੀਆਂ ਕੁਰਬਾਨੀਆਂ ਕੀਤੀਆਂ। ਇਹ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਦਾ ਪਾਵਨ ਪ੍ਰਕਾਸ਼ ਦਿਹਾੜਾ ਗੁਰੂ ਕੀਆਂ ਸੰਗਤਾਂ ਮਨਾ ਰਹੀਆਂ ਨੇ, ਉਹਨਾਂ ਦੀ ਇਹ ਅਭੁੱਲ, ਉਹਨਾਂ ਦੀ ਇਹ ਅਮਰ ਯਾਦਗਾਰ ਹੈ, ਜਿਹਦੇ ਪ੍ਰਥਾਏ ਸਤਿਗੁਰੂ ਜੀ ਨੇ ਕਿਹਾ ਡਿੱਠੇ ਸਭੇ ਥਾਮ ਨਹੀਂ ਤੁਧ ਜਾਹਿਆ, ਬਦਹੁ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸ ਦੀ ਸਗਨ ਅਪਾਰ ਅਨੂਪ ਰਾਮਦਾਸ ਸਰ, ਹਰ ਹਨ ਨਾਨਕ ਕਸਮਲ ਜਾਏ ਨਾਈਐ ਰਾਮਦਾਸ ਸਰ। ਜਿੱਥੇ ਸਤਿਗੁਰੂ ਜੀ ਨੇ ਇੱਥੇ ਸਤ ਸੰਗਤ ਦੀ ਸਰੋਵਰ ਦੀ ਗੱਲ ਕੀਤੀ, ਉਸ ਅੰਮ੍ਰਿਤ ਸਰੋਵਰ ਦੀ ਵੀ ਵਡਿਆਈ ਹੈ। ਆਪਾਂ ਜਿੱਥੇ ਰੋਜ਼ ਅਰਦਾਸ ਕਰਦੇ ਹਾਂ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਦੀ ਗੱਲ ਕਰਦੇ ਹਾਂ, ਹਰ ਗੁਰਸਿੱਖ ਨੂੰ ਜਦੋਂ ਮੌਕਾ ਮਿਲੇ ਉਸ ਸਥਾਨ ਤੇ ਬੜੀ ਸ਼ਰਧਾ ਤੇ ਭਾਵਨਾ ਨਾਲ ਦੀਦਾਰ ਕਰਨੇ ਚਾਹੀਦੇ ਨੇ। ਉਸ ਸਥਾਨ ਦੇ, ਉਸ ਸ਼ਹਿਰ ਦੇ ਨਾਲ ਸਾਡਾ ਜਿੰਨਾ ਇਤਿਹਾਸ ਹੈ ਨਾ, ਸਾਡਾ ਇਤਿਹਾਸ ਉਸ ਸ਼ਹਿਰ ਦੇ ਦੁਆਲੇ ਘੁੰਮਦਾ ਹੈ, ਉਸ ਸ਼ਹਿਰ ਦੇ ਨਾਲ ਜੁੜਿਆ ਹੋਇਆ। ਉੱਥੇ ਜਿੱਥੇ ਗੁਰੂ ਸਾਹਿਬਾਨ ਦੇ ਚਰਨ ਪਏ, ਗੁਰੂ ਸਾਹਿਬਾਨ ਨੇ ਇਸ ਮਨੁੱਖੀ ਸੱਭਿਅਤਾ ਦੇ ਲਈ ਉੱਥੇ ਵੱਡੀਆਂ ਸਾਨੂੰ ਦਾਤਾਂ ਬਖਸ਼ਿਸ਼ ਕੀਤੀਆਂ। ਉੱਥੇ ਅਨੇਕਾਂ ਹਜ਼ਾਰਾਂ ਸਿੱਖ ਯੋਧਿਆਂ ਦੇ ਸਿਰ ਉਸ ਧਰਤੀ ਦੀ ਪਵਿੱਤਰਤਾ ਨੂੰ ਕਾਇਮ ਕਰਨ ਦੇ ਲਈ ਲੱਗੇ ਨੇ ਕਿ ਉਸ ਧਰਤੀ ਦੀ ਪਵਿੱਤਰਤਾ ਨੂੰ ਕਾਇਮ ਕੀਤਾ ਜਾਏ। ਉਹ ਧਰਤੀ ਦਾ ਜਿਹੜਾ ਹਮੇਸ਼ਾ ਹੈ ਨਾਮ ਧਰਤੀ ਤੇ ਬਣਿਆ ਰਹੇ, ਉਹਦੇ ਲਈ ਮਹਾਨ ਯੋਧਿਆਂ ਨੇ ਬੜੀਆਂ ਸ਼ਹਾਦਤਾਂ ਦਿੱਤੀਆਂ ਨੇ। ਸਾਨੂੰ ਸਾਡੇ ਸਤਿਗੁਰੂ ਜੀ ਨੇ ਇੱਕ ਮਹਾਨ ਵਿਰਸਾ ਦਿੱਤਾ ਹੈ। ਮੈਂ ਗੱਲ ਕਹੀ ਸੀ ਕਿ ਇੱਕ ਵਿਦਵਾਨ ਡਾਕਟਰ ਰੈਨਾ ਇਹ ਗੱਲ ਕਹਿੰਦਾ ਹੈ ਕਿ ਕਿਸੇ ਕੌਮ ਦੇ ਲਈ ਦੋ ਚੀਜ਼ਾਂ ਬੜੀਆਂ ਜ਼ਰੂਰੀ ਨੇ, ਇੱਕ ਸਾਂਝਾ ਵਿਰਸਾ, ਇੱਕ ਮਿਲ ਬੈਠਣ ਦੇ ਲਈ ਇੱਕ ਸਾਂਝੀ ਥਾਂ। ਇਹ ਦੋ ਦਾਤਾਂ ਗੁਰੂ ਰਾਮਦਾਸ ਜੀ ਨੇ ਦਿੱਤੀਆਂ, ਔਰ ਅੱਜ ਗੁਰਸਿੱਖਾਂ ਦਾ ਇਹ ਫਰਜ਼ ਹੈ ਕਿ ਆਪਣੇ ਉਸ ਵਿਰਸੇ ਨੂੰ ਅਸੀਂ ਹਮੇਸ਼ਾ ਸੰਭਾਲ ਕੇ ਰੱਖੀਏ। ਵੈਰੀ ਦੀ ਉਹ ਕਹਿਰੀ ਨਜ਼ਰ ਤੋਂ ਹਮੇਸ਼ਾ ਬਚਾਉਣ ਦੇ ਲਈ ਗੁਰਸਿੱਖ ਨੇ ਸੰਘਰਸ਼ ਕਰਨਾ ਹੈ। ਇਹ ਗੱਲ ਚੇਤੇ ਰੱਖਿਓ ਕਿ ਉਹ ਜਿਹੜੀਆਂ ਨਜ਼ਰਾਂ ਨੇ ਪਹਿਲਾਂ ਵੀ ਸਨ, ਹੁਣ ਵੀ ਨੇ, ਹੁੰਦੀਆਂ ਹੀ ਰਹਿਣੀਆਂ ਨੇ, ਜਿਨ੍ਹਾਂ ਨੂੰ ਸੱਚ ਦੀ ਸਮਝ ਚੰਗੀ ਨਹੀਂ ਲੱਗਦੀ, ਜਿਨ੍ਹਾਂ ਨੂੰ ਉਹ ਗੱਲ ਜਿੱਥੋਂ ਮਨੁੱਖਤਾ ਨੂੰ ਸਾਂਝੀ ਵਾਲਤਾ ਦੀ ਗੱਲ ਮਿਲੇ, ਮਨੁੱਖੀ ਭਾਈਚਾਰਕ ਦੀ ਗੱਲ, ਬਰਾਬਰਤਾ ਦੀ ਗੱਲ ਜਿੱਥੋਂ ਸ਼ੁਰੂ ਹੋਏ, ਉਹ ਚੰਗੀ ਨਹੀਂ ਲੱਗਦੀ। ਉਹ ਸ੍ਰੀ ਅੰਮ੍ਰਿਤਸਰ ਸਾਹਿਬ ਜਾਂ ਗੁਰੂ ਕੀ ਨਗਰੀ ਇਸ ਗੱਲ ਦੀ ਇੱਕ ਇਨਕਲਾਬੀ ਗੱਲ ਸੀ ਉਹਨਾਂ ਸਮਿਆਂ 'ਚ, ਜਦੋਂ ਆਪਣੇ ਮੁਲਕ ਦੇ ਵਿੱਚ ਔਰ ਜਿਨ੍ਹਾਂ ਨੂੰ ਅਖੌਤੀ ਜਾਤ ਪਾਤ ਬਣੀ ਸੀ ਨਾ, ਤੇ ਜਿਹੜੇ ਲੋਕ ਕਿਰਤੀ ਸਨ, ਜਿਨ੍ਹਾਂ ਨੂੰ ਕਿਹਾ ਸੀ ਇਹ ਸੂਦਰ ਨੇ, ਉਹਨਾਂ ਦੀ ਆਬਾਦੀ ਬਾਰ-ਬਾਰ ਹੋਇਆ ਕਰਦੀ ਸੀ, ਵੱਖਰੀ ਹੋਇਆ ਕਰਦੀ ਸੀ। ਲੇਕਿਨ ਗੁਰੂ ਸਾਹਿਬਾਨ ਨੇ ਨਗਰ 'ਚ ਲਿਆ ਕੇ ਵਸਾਇਆ। ਕਿੰਨੇ ਸਤਿਗੁਰੂ ਜੀ ਨੇ ਬਾਜ਼ਾਰ ਬਣਾਏ, ਕਿੰਨੀਆਂ ਸਤਿਗੁਰੂ ਜੀ ਨੇ ਮੰਡੀਆਂ ਬਣਾਈਆਂ। ਅੱਜ ਵੀ ਤੁਸੀਂ ਜਾਓ, ਵੱਖਰੇ ਵੱਖਰੇ ਆਟਾ ਮੰਡੀ ਹੈ, ਲੂਣ ਮੰਡੀ ਹੈ, ਘਿਓ ਮੰਡੀ, ਪਤਾ ਨਹੀਂ ਕਿੰਨੇ ਉੱਥੇ ਬਾਜ਼ਾਰ ਵੱਖਰੇ ਵੱਖਰੇ ਸਤਿਗੁਰੂ ਜੀ ਦੇ ਵੇਲੇ ਤੋਂ ਬਣੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇੱਕ ਮਹਾਨ ਦਾਤ ਹੈ ਸਾਡੇ ਤੇ। ਜਦੋਂ ਵੀ ਅਸੀਂ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਚੇਤੇ ਕਰਦੇ ਹਾਂ, ਦੇਖੋ ਜਿੰਨੇ ਵੀ ਮਹਾਂਪੁਰਖ ਹੋਏ ਨੇ, ਜ਼ਿਆਦਾਤਰ ਆਪਾਂ ਦੇਖਦੇ ਹਾਂ ਉਹ ਗਰੀਬ ਜਿਹੇ ਵਾਤਾਵਰਣ 'ਚ ਆਏ, ਲੇਕਿਨ ਬੜੇ ਕੰਮ ਉਹਨਾਂ ਨੇ ਮਹਾਨ ਕਰ ਦਿੱਤੇ। ਗੁਰੂ ਰਾਮਦਾਸ ਜੀ ਮਹਾਰਾਜ ਜੀ ਵੀ ਕੋ ਬਹੁਤ ਅਮੀਰ ਘਰ 'ਚ ਨਹੀਂ ਸਨ ਜਨਮੇ। ਬਚਪਨ ਤੋਂ ਹੀ ਜਿੱਥੇ ਉਹ ਯਤੀਮ ਹੋ ਗਏ, ਆਪਾਂ ਜ਼ਿਆਦਾਤਰ ਦੇਖਦੇ ਹਾਂ ਕਿ ਕਈ ਵਾਰਾਂ ਕੀ ਹੁੰਦਾ ਹੈ, ਜਿਹੜੇ ਯਤੀਮ ਬੱਚੇ ਹੁੰਦੇ ਨੇ, ਗਰੀਬ ਘਰਾਂ ਦੇ ਬੱਚੇ ਹੁੰਦੇ ਨੇ, ਉਹ ਕਈ ਵਾਰੀ ਗਲਤ ਪਾਸੇ ਲੱਗ ਜਾਂਦੇ ਨੇ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਗੱਲ ਨੂੰ ਜਾਣਦੇ ਸਨ। ਜਿੱਥੇ ਗੁਰੂ ਸਾਹਿਬ ਜੀ ਨੇ ਗੁਰੂ ਅਮਰਦਾਸ ਜੀ ਦੀ ਪਵਿੱਤਰ ਸੰਗਤ ਵਿੱਚ ਆ ਕੇ ਆਤਮਿਕ ਤੌਰ ਤੇ ਆਪਣੇ ਆਪ ਨੂੰ ਬੁਲੰਦ ਕੀਤਾ, ਗੁਰਤਾ ਗੱਦੀ ਤੇ ਬੈਠੇ, ਉੱਥੇ ਸਮਾਜ ਦੀ ਇਸ ਦਸ਼ਾ ਨੂੰ ਸਤਿਗੁਰੂ ਜੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਜਦੋਂ ਗਰੀਬੀ ਹੋਏਗੀ ਨਾ ਸਮਾਜ ਵਿੱਚ, ਫਿਰ ਉਦੋਂ ਜੁਰਮ ਵਧੇਗਾ। ਜਦੋਂ ਗਰੀਬੀ ਹੋਏਗੀ ਉਦੋਂ ਜੁਰਮ ਵਧੇਗਾ, ਉਦੋਂ ਨਸ਼ੇ ਵਧਣਗੇ। ਔਰ ਸਤਿਗੁਰੂ ਜੀ ਨੇ ਸਮਾਜ ਵਿੱਚੋਂ ਇਸ ਗਰੀਬੀ ਨੂੰ ਦੂਰ ਕਰਨ ਦੇ ਲਈ ਇਹ ਅੰਮ੍ਰਿਤਸਰ ਨਗਰ ਵਸਾਇਆ। ਇੱਥੇ ਕਿਰਤੀਆਂ ਨੂੰ ਪਹਿਲ ਦਿੱਤੀ ਕਿ ਕਿਰਤ ਕਰੋ, ਤੁਸੀਂ ਕਿਰਤੀਆਂ ਨੂੰ ਮਾਣ ਦਿੱਤਾ। ਜਦੋਂ ਹਰ ਬੰਦਾ ਕਿਰਤੀ ਹੋਏਗਾ, ਦੇਖੋ ਉਹ ਕਿੰਨਾ ਸਮਾਜ ਵਧੀਆ ਹੋਏਗਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇੱਕ ਬਹੁਤ ਵੱਡੀ ਇਹ ਦੇਣ ਸੀ ਉਸ ਵੇਲੇ ਅੰਮ੍ਰਿਤਸਰ ਨਗਰ ਨੂੰ ਵਸਾਉਣਾ, ਜੋ ਹਮੇਸ਼ਾ ਇਹ ਯਾਦਗਾਰ ਬਣਿਆ। ਇੱਕ ਹਰਿਦਾਸ ਜੀ ਹੋਏ ਨੇ, ਬੜੇ ਸੋਹਣੇ ਰਾਈਟਰ ਹੋਏ ਨੇ, ਸੰਤ ਹੋਏ ਨੇ, ਉਹਨਾਂ ਨੇ ਗੱਲ ਲਿਖੀ ਹੈ ਕਿ ਮੈਂ ਤੱਕੜੀ ਲੈ ਕੇ ਤੋਲਣ ਲੱਗਾ, ਇੱਕ ਸਵਰਗ ਕਹਿੰਦੇ ਕੋਈ ਵਿੱਚ ਕਲਪਿਆ ਹੋਇਆ ਹੈ, ਇੱਕ ਬੰਨੇ ਅੰਮ੍ਰਿਤਸਰ ਨੂੰ ਰੱਖ ਲਿਆ, ਉਹ ਹੌਲਾ ਸੀ ਉੱਪਰ ਚੜ ਗਿਆ ਤੇ ਜਿਹੜਾ ਭਾਰਾ ਸੀ ਧਰਤੀ ਤੇ ਆ ਗਿਆ। ਭਾਵ ਉਹ ਉੱਪਰਲੇ ਕਲਪਤ ਸਵਰਗ ਨਾਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਨੂੰ ਮਾਨਤਾ ਦਿੰਦਾ ਹੈ। ਹੋਰ ਵਿਦਵਾਨਾਂ ਨੇ ਵੀ ਅੰਮ੍ਰਿਤਸਰ ਸਾਹਿਬ ਜੀ ਦੀ ਵਡਿਆਈ 'ਚ ਬਹੁਤ ਕੁਝ ਕਿਹਾ ਹੈ, ਕਿਉਂਕਿ ਇਹ ਗੁਰੂ ਕੀ ਨਗਰੀ ਹੈ, ਗੁਰੂ ਕੀ ਅਮਰ ਯਾਦਗਾਰ ਹੈ। ਸਾਡੀ ਹਮੇਸ਼ਾ ਉਹਦੇ ਨਾਲ ਭਾਵਨਾ ਜੁੜੀ ਰਹਿਣੀ ਚਾਹੀਦੀ ਹੈ। ਸਿੱਖੀ ਦਾ ਬਹੁਤਾ ਇਤਿਹਾਸ ਜਿਹੜਾ ਅੰਮ੍ਰਿਤਸਰ ਨਾਲ ਜੁੜਿਆ ਹੋਇਆ ਹੈ। ਆਪਾਂ ਜਦੋਂ ਵੀ ਮੌਕਾ ਮਿਲੇ
ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਜ਼ਰੂਰ ਕਰਿਆ ਕਰੀਏ। ਔਰ ਸੱਚ ਜਾਣਨਾ ਅੱਜ ਵੀ ਜਿਨ੍ਹਾਂ ਦੀ ਭਾਵਨਾ ਹੈ, ਜਿੱਥੇ ਵੀ ਚੱਲ ਜਾਓ ਗੁਰੂ ਕੋਲ, ਇਹ ਨਹੀਂ ਕਿ ਗੁਰੂ ਕੀ ਕਿਸੇ ਸਥਾਨ ਤੇ ਗੱਲ ਪੂਰੀ ਨਹੀਂ ਹੁੰਦੀ, ਪਰ ਉਸ ਸਥਾਨ ਤੇ ਗੁਰੂ ਕੀਆਂ ਬਰਕਤਾਂ ਵਰਸਦੀਆਂ ਨੇ। ਭਾਈ ਵੀਰ ਸਿੰਘ ਜੀ ਕਹਿੰਦੇ ਕਿ ਸੁਰਤ ਦੀ ਡੋਰ ਟੁੱਟੀ ਹੋਏ ਨਾ, ਉਹ ਕਿਤੇ ਅੰਮ੍ਰਿਤਸਰ ਆ ਜਾਏ ਤੇ ਉਹਦੀ ਸੁਰਤ ਦੀ ਡੋਰ ਫਿਰ ਜੁੜ ਜਾਂਦੀ ਹੈ ਪ੍ਰਮਾਤਮਾ ਨਾਲ। ਇਕਾਗਰਚਿਤ ਹੋ ਕੇ ਤੁਸੀਂ ਦਰਬਾਰ ਸਾਹਿਬ ਜਾਂ ਪ੍ਰਕਰਮਾ 'ਚ ਬੈਠ ਕੇ ਗੁਰਬਾਣੀ ਦਾ ਕੀਰਤਨ ਸੁਣੋ, ਆਪਣੇ ਆਪ ਸੁਰਤ ਜੁੜ ਜਾਂਦੀ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਜਿਨ੍ਹਾਂ ਦਾ ਪਾਵਨ ਪੁਰਬ ਅਸੀਂ ਮਨਾ ਰਹੇ ਹਾਂ, ਥਾਂ ਥਾਂ ਤੇ ਗੁਰੂ ਕੀਆਂ ਸੰਗਤਾਂ ਵੱਲੋਂ ਸਤਿਗੁਰੂ ਜੀ ਦੇ ਪਰਉਪਕਾਰਾਂ ਨੂੰ ਚੇਤੇ ਕੀਤਾ ਜਾ ਰਿਹਾ ਹੈ। ਉੱਥੇ ਸਤਿਗੁਰੂ ਜੀ ਦੀ ਜ਼ਿੰਦਗੀ ਦਾ ਮਨੁੱਖਤਾ ਦੇ ਉੱਪਰ, ਜਾਂ ਇਵੇਂ ਕਹਿ ਲਓ ਪੰਜਾਬੀਆਂ ਦੇ ਉੱਪਰ, ਇੱਕ ਬਹੁਤ ਵੱਡਾ ਅਹਿਸਾਨ ਹੈ। ਪ੍ਰੋਫੈਸਰ ਪ੍ਰਕਾਸ਼ ਸਿੰਘ ਜੀ ਇੱਕ ਹੋਏ ਨੇ, ਉਹਨੇ ਇੱਕ ਬੜੀ ਸੋਹਣੀ ਗੱਲ ਲਿਖੀ ਹੈ ਕਿ ਇਹ ਪੰਜਾਬ ਜਾਂ ਪੰਜਾਬੀਅਤ ਇਹ ਗੁਰੂ ਸਾਹਿਬਾਨ ਦਾ ਕਰਜ਼ਾ ਨਹੀਂ ਉਤਾਰ ਸਕਦੀ। ਐਡੀ ਵੱਡੀ ਦਾਤ ਗੁਰੂ ਸਾਹਿਬਾਨ ਨੇ ਸਾਨੂੰ ਦਿੱਤੀ ਹੈ। ਖਾਸ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ ਦੀ ਧਰਤੀ ਤੇ, ਇਸ ਮੁਲਕ ਦੀ ਧਰਤੀ ਤੇ ਇੱਕ ਵਿਲੱਖਣ ਅਸਥਾਨ ਹੈ, ਮਹਾਨ ਅਸਥਾਨ ਹੈ। ਇਹ ਦਾਤ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਹੈ। ਅਸੀਂ ਵੀ ਅਰਦਾਸ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਜੀ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੇਗੇ ਖਾਈ, ਮਾਇਆ ਮੋਹ ਪਰਮ ਪੈ ਪੂਲੇ, ਸੁਤ ਦਾਰਾ ਸੋ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਤੇ ਮਿਲਨ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਣਾਈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਣ ਦੀ ਖਿਮਾ ਕਰਨੀ ਜੀ। ਅਗਲਾ ਪ੍ਰੋਗਰਾਮ ਬੜੇ ਪਿਆਰ ਦੇ ਨਾਲ ਸਰਵਣ ਕਰੋ। ਸਾਰੇ ਹੀ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।